ਤੁਮਰੀ ਮਹਿਮਾ ਵਰਣਨ ਨਾ ਸਾਕੋਂ। ਤੂੰ ਠਾਕੁਰ ਊਚ ਭਗਵਾਨਾ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀਂ। ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਧੰਨ ਵਾਹਿਗੁਰੂ ਜੀ। ਗੌੜੀ ਮਹੱਲਾ ਨੌਵਾਂ। ਕੋ ਮਾਈ ਭੁੱਲਿਓ ਮਨ ਸਮਝਾਵੈ। ਵੇਦ ਪੁਰਾਨ ਸਾਧ ਮਗ ਸੁਨ ਕਰ। ਨਿਮਕ ਨ ਹਰਿ ਗੁਣ ਗਾਵੈ। ਕੋ ਮਾਈ ਭੁੱਲਿਓ ਮਨ ਸਮਝਾਵੈ। ਵੇਦ ਪੁਰਾਨ ਸਾਧ ਮਗ ਸੁਨ ਕਰ। ਨਿਮਕ ਨ ਹਰਿ ਗੁਣ ਗਾਵੈ। ਰਹਾਉ ਦੁਰਲਭ ਦੇਹ ਪਾਏ ਮਾਨਸ ਕੀ। ਬਿਰਥਾ ਜਨਮ ਸਿਰਾਵੈ। ਮਾਇਆ ਮੋਹ ਮਹਾ ਸੰਕਟ ਬਾਨੋ। ਤਾ ਸਿਉ ਰੁਚ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ। ਤਾ ਸਿਉ ਨੇਹੁ ਨ ਲਾਵੈ। ਨਾਨਕ ਮੁਕਤ ਤਾਹਿ ਤੁਮ ਮਾਨੋ। ਜਿਹੇ ਘਟ ਰਾਮ ਸਮਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ। ਤਾ ਸਿਉ ਨੇਹੁ ਨ ਲਾਵੈ। ਨਾਨਕ ਮੁਕਤ ਤਾਹਿ ਤੁਮ ਮਾਨੋ। ਜਿਹੇ ਘਟ ਰਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਬੜੇ ਪ੍ਰੇਮ ਇਕਾਗਰਤਾ ਸਤਿਕਾਰ ਪਿਆਰ ਸਹਿਤ ਆਪ ਜੀ ਸਤ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਦੇ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸ਼ਰਵਣ ਕਰ ਰਹੇ ਸੀ। ਉਪਰੰਤ ਆਪ ਜੀ ਨੇ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 219 ਅਤੇ 20 ਉੱਤੇ ਸੁਭਾਏਮਾਨ ਹੈ। ਇਸ ਸ਼ਬਦ ਦਾ ਪਾਠ ਦਾਸ ਪਾਸੋਂ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਸੰਬੋਧਨ ਕਰਕੇ ਆਖਦੇ ਹਨ, ਹੇ ਮੇਰੀ ਮਾਂ, ਕੋਈ ਹੈ ਐਸਾ ਜਿਹੜਾ ਮੇਰੇ ਕੁਰਾਏ ਪਏ ਹੋਏ ਮਨ ਨੂੰ ਸਮਝਾ ਕੇ ਨੇਕ ਰਾਹ ਦੇ ਉੱਤੇ ਤੋਰ ਲਿਆਵੇ। ਇਸ ਕਥਨ ਦਾ ਭਾਵ ਇਹ ਹੈ ਵੀ ਮੇਰੇ ਮਨ ਦੀ ਦਸ਼ਾ ਬੜੀ ਅਜੀਬ ਹੈ ਔਰ ਇਹ ਕੁਰਾਹੇ ਪਿਆ ਹੋਇਆ ਹੈ।
ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ, ਕੋਈ ਸੋਝੀ ਨਹੀਂ ਕਿ ਇਸ ਕੁਰਾਏ ਪਏ ਹੋਏ ਮਨ ਨੂੰ ਨੇਕ ਰਾਹ ਦੇ ਉੱਤੇ ਕਿਵੇਂ ਤੋਰਿਆ ਜਾਏ। ਕਿਉਂਕਿ ਸਤਿਗੁਰੂ ਨੇ ਅਗਲੀ ਪੰਕਤੀ ਵਿੱਚ ਸਾਡੇ ਧਾਰਮਿਕ ਜੀਵਨ ਦੀ ਦਸ਼ਾ ਵੀ ਬਿਆਨ ਕੀਤੀ, ਜਿੱਥੇ ਹਜ਼ੂਰ ਆਖਦੇ ਨੇ ਵੇਦ ਪੁਰਾਨ ਸਾਧ ਮਗ ਸੁਣ ਕਰ। ਕਿ ਧਰਮ ਗ੍ਰੰਥਾਂ ਦੇ ਪਠਨ ਪਾਠ ਵੀ ਸੁਣੇ ਨੇ। ਇੱਕ ਤਾਂ ਹੁੰਦਾ ਹੈ ਨਾ ਵੀ ਮਨੁੱਖ ਨੇ ਸੁਣਿਆ ਕੁਝ ਨਹੀਂ, ਪੜ੍ਹਿਆ ਕੁਝ ਨਹੀਂ, ਕਿਸੇ ਚੰਗੇ ਬੰਦੇ ਕੋਲੋਂ ਬੈਠਾ ਨਹੀਂ ਤੇ ਗਲਤ ਰਾਹ ਦੇ ਉੱਤੇ ਤੁਰਿਆ ਹੋਇਆ ਆਪਾਂ ਕਹਿ ਸਕਦੇ ਹਾਂ ਵੀ ਇਸ ਬੰਦੇ ਨੇ ਨਾ ਕੋਈ ਧਰਮ ਗ੍ਰੰਥ ਪੜ੍ਹਿਆ, ਨਾ ਧਰਮ ਗ੍ਰੰਥ ਦਾ ਉਪਦੇਸ਼ ਸੁਣਿਆ, ਨਾ ਕਿਸੇ ਨੇਕ ਚੰਗੇ ਬੰਦੇ ਦੇ ਕੋਲ ਬੈਠ ਕੇ ਇਸ ਨੇ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਇਹਦੀ ਸੰਗਤ ਮਾੜੀ ਹੈ, ਇਸ ਕਰਕੇ ਇਹ ਹੋਰ ਪਾਸੇ ਤੁਰਿਆ ਹੋਇਆ, ਕੁਰਾਏ ਪਿਆ ਹੋਇਆ, ਗਲਤ ਰਾਹ 'ਤੇ ਤੁਰਿਆ ਹੋਇਆ। ਪਰ ਇੱਥੇ ਸਤਿਗੁਰੂ ਆਖਦੇ ਨੇ ਮੰਨ ਲਓ ਕੋਈ ਬੰਦਾ ਧਰਮ ਗ੍ਰੰਥਾਂ ਦਾ ਪਾਠ ਸੁਣਦਾ ਵੀ ਹੋਵੇ ਤੇ ਪੜ੍ਹਦਾ ਵੀ ਹੋਵੇ ਤੇ ਚੰਗੇ ਕਹੇ ਜਾਂਦੇ ਮਨੁੱਖਾਂ ਦੀ ਸੰਗਤ ਸੋਬਤ ਵਿੱਚ ਵੀ ਬੈਠਦਾ ਹੋਵੇ, ਫਿਰ ਵੀ ਉਹਦੇ ਉੱਤੇ ਚੰਗਿਆਈ ਦਾ ਕੋਈ ਅਸਰ ਨਾ ਹੋਵੇ, ਫਿਰ ਵੀ ਉਹਦਾ ਮਨ ਜਿਹੜਾ ਆਪਣੇ ਅਗਿਆਨਤਾ ਤੋਂ, ਆਪਣੇ ਮਾੜੇ ਅਮਲਾਂ ਤੋਂ, ਆਪਣੇ ਮਾੜੇ ਵਿਚਾਰਾਂ ਤੋਂ ਮੁਕਤ ਨਾ ਹੋਵੇ। ਐਸੀ ਦਸ਼ਾ ਵਿੱਚ ਕੌਣ ਹੈ ਜੋ ਤੁਹਾਡੀ ਸਹਾਇਤਾ ਕਰ ਸਕਦਾ ਹੈ, ਜੋ ਤੁਹਾਡੀ ਮਦਦ ਕਰ ਸਕਦਾ ਹੈ? ਇੱਕ ਨੂੰ ਤਾਂ ਰਾਹ ਹੀ ਨਸੀਬ ਨਹੀਂ ਹੋਇਆ, ਜੇ ਦੂਸਰੇ ਨੂੰ ਕੁਝ ਨਾ ਕੁਝ ਜਗ੍ਹਾ ਮਿਲੀ, ਕੁਝ ਪੜ੍ਹਨਾ, ਕੁਝ ਸੁਣਨਾ, ਕੁਝ ਨੇਕ ਬੰਦਿਆਂ ਕੋਲ ਬੈਠਣਾ, ਤੇ ਜੇ ਉਹਦੀ ਦਸ਼ਾ ਵੀ ਕੁਰਾਏ ਪਏ ਹੋਏ ਲੋਕਾਂ ਵਰਗੀ ਹੀ ਬਣੀ ਰਹੇ, ਉਹਦੇ ਜੀਵਨ 'ਤੇ ਵੀ ਕੋਈ ਇਫੈਕਟ ਨਾ ਪਵੇ ਚੰਗੀ ਗੱਲ ਦਾ, ਤਾਂ ਸਾਹਿਬ ਸਤਿਗੁਰੂ ਕਹਿੰਦੇ ਨੇ ਕੀ ਕੀਤਾ ਜਾ ਸਕਦਾ? ਕੋਈ ਕੋਊ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਣ ਕਰ। ਧਰਮ ਗ੍ਰੰਥਾਂ ਦੇ ਪਠਨ ਪਾਠ ਪੜ੍ਹ ਸੁਣ ਕੇ ਤੇ ਸਾਧ ਮਗ, ਮਗ ਦਾ ਮਤਲਬ ਹੁੰਦਾ ਰਸਤਾ, ਰਾਹ, ਨੇਕ ਬੰਦਿਆਂ ਦੀ ਸੋਬਤ ਵਿੱਚ ਬੈਠ ਕੇ, ਸੰਗਤ ਵਿੱਚ ਬੈਠ ਕੇ ਵੀ ਨਿਮਖ ਨਾ ਹਰ ਗੁਣ ਗਾਵੇ। ਮੇਰਾ ਇਹ ਮਨ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਨੇਕ ਰਾਹ 'ਤੇ ਤੁਰਨ ਲਈ ਤਿਆਰ ਨਹੀਂ। ਕਿੱਡਾ ਵੱਡਾ ਕਥਨ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ। ਇਸ ਨੂੰ ਅਸੀਂ ਥੋੜ੍ਹਾ ਜਿਹਾ ਪੜਚੋਲਣ ਅਤੇ ਸਮਝਣ ਦਾ ਯਤਨ ਕਰਾਂਗੇ ਵੀ ਮਨ ਦੀ ਅਗਿਆਨਤਾ ਦਰਅਸਲ ਹੁੰਦੀ ਕੀ ਹੈ। ਇੱਕ ਅਗਿਆਨਤਾ ਹੈ ਵੀ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ, ਨੌਲੇਜ ਨਹੀਂ, ਜਾਣਕਾਰੀ ਨਹੀਂ ਵੀ ਕੀ ਕੀਤਾ ਜਾਏ। ਐਸੇ ਮਨੁੱਖ ਨੂੰ ਨੌਲੇਜ ਦਿੱਤੀ ਜਾਏ, ਸਮਝ ਦਿੱਤੀ ਜਾਏ ਵੀ ਆਹ ਕੰਮ ਇਵੇਂ ਨਹੀਂ ਇਵੇਂ ਹੁੰਦਾ ਹੈ, ਤਾਂ ਇੰਨੀ ਗੱਲ ਨਾਲ ਉਹ ਕੇਵਲ ਜਾਣਕਾਰ ਵਾਕਫ ਤੇ ਬਣ ਸਕਦਾ ਹੈ, ਗਿਆਨੀ ਨਹੀਂ ਬਣ ਸਕਦਾ। ਚੇਤੇ 'ਚ ਰੱਖਿਓ, ਬੌਧਿਕ ਤੌਰ ਉੱਤੇ ਪਤਾ ਲੱਗ ਜਾਣਾ ਵੀ ਆਹ ਕੰਮ ਸਹੀ ਹੈ, ਆਹ ਕੰਮ ਗਲਤ ਹੈ, ਇੱਕ ਫਰਕ, ਇੱਕ ਡਿਫਰੈਂਸ ਪਤਾ ਲੱਗ ਜਾਣਾ, ਇਹ ਚੰਗੀ ਗੱਲ ਹੈ, ਪਹਿਲਾ ਸਟੈਪ ਹੈ। ਪਰ ਕੋਈ ਜ਼ਰੂਰੀ ਨਹੀਂ ਜਿਸ ਨੂੰ ਪਤਾ ਲੱਗ ਗਿਆ ਉਹ ਮਾੜਾ ਕੰਮ ਛੱਡ ਵੀ ਦੇ, ਉਹਨੂੰ ਤਿਆਗ ਵੀ ਦੇ, ਇਹ ਕੋਈ ਲਾਜ਼ਮੀ ਨਹੀਂ ਹੈ। ਇਹ ਸਾਰਾ ਉਸਨੇ ਜੋ ਵੇਖਿਆ ਹੈ, ਜੋ ਸੁਣਿਆ ਹੈ, ਜੋ ਪੜ੍ਹਿਆ ਹੈ, ਉਹਨੇ ਗ੍ਰਹਿਣ ਕਰ ਲਿਆ, ਇੱਕ ਨੌਲੇਜ ਲੈ ਲਈ ਵੀ ਇਸ ਤਰ੍ਹਾਂ ਹੁੰਦਾ। ਮੈਂ ਇੱਕ ਉਦਾਹਰਣ ਦਿੰਦਾ। ਇੱਕ ਡਰੱਗ ਲੈਣ ਵਾਲਾ ਬੰਦਾ ਜਿਹੜਾ ਹੈ ਨਾ, ਉਸ ਨੂੰ ਪਤਾ ਲੱਗ ਰਿਹਾ ਹੁੰਦਾ ਵੀ ਇਹਦਾ ਇਫੈਕਟ ਮੇਰੇ ਉੱਤੇ ਕੀ ਪੈ ਰਿਹਾ। ਫੈਮਿਲੀ ਡਿਸਟਰਬ ਹੁੰਦੀ ਹੈ, ਫਿਜ਼ੀਕਲੀ ਉਹ ਖੁਦ ਵੀ ਬਿਮਾਰ ਹੁੰਦਾ ਹੈ, ਕਈ ਤਰ੍ਹਾਂ ਦੀਆਂ ਡਿਜ਼ੀਜ਼ ਉਹਨੂੰ ਲੱਗਦੀਆਂ ਨੇ, ਪੈਸੇ ਖਰਚ ਹੁੰਦੇ ਨੇ, ਡਾਕਟਰ ਕੋਲ ਜਾਂਦਾ ਹੈ, ਡਾਕਟਰ ਵੀ ਕਹਿ ਦਿੰਦਾ ਵੀ ਤੇਰੇ ਲਈ ਇਹ ਚੀਜ਼ ਠੀਕ ਨਹੀਂ, ਤੈਨੂੰ ਇਹ ਛੱਡ ਦੇਣੀ ਚਾਹੀਦੀ ਹੈ। ਇਹਦੇ ਬਾਵਜੂਦ ਵੀ ਤੁਸੀਂ ਵੇਖਿਆ ਹੋਏਗਾ ਸੁਸਾਇਟੀ ਵਿੱਚ, ਸਮਾਜ ਵਿੱਚ ਐਸੇ ਮਨੁੱਖ ਹੁੰਦੇ ਨੇ, ਘਾਟਾ ਸਹਿ ਲੈਂਦੇ ਨੇ ਪਰ ਛੱਡਦੇ ਨੇ। ਇਹਨੇ ਸਾਇਰਨ ਉਹਨਾਂ ਦੀ ਬੋਡੀ ਉਹਨਾਂ ਨੂੰ ਦਿੰਦੀ ਹੈ ਵੀ ਨਾ ਕਰ ਨਾ ਕਰ, ਤਾਂ ਵੀ ਉਹ ਕਰਦੇ ਨੇ। ਫੈਮਿਲੀ ਕਹਿੰਦੀ ਹੈ, ਡਾਕਟਰ ਕਹਿੰਦਾ ਹੈ, ਹੋਰ ਸਾਰਾ ਕੁਝ ਉਹਨਾਂ ਨੂੰ ਕਿੰਨਾ ਪ੍ਰੈਸ਼ਰਾਈਜ਼ ਵੀ ਕੀਤਾ ਜਾਂਦਾ, ਕਿੰਨਾ ਪਿਆਰ ਨਾਲ ਸਮਝਾਇਆ ਵੀ ਜਾਂਦਾ, ਫਿਰ ਵੀ ਉਹ ਨਹੀਂ ਛੱਡਦੇ। ਹੁਣ ਕੀ ਉਸ ਨੂੰ ਨੌਲੇਜ ਨਹੀਂ ਦਿੱਤੀ ਗਈ ਵੀ ਇਹ ਗਲਤ ਚੀਜ਼ ਹੈ?
ਉਸ ਨੂੰ ਲਿਟਰੇਚਰ ਦਿੱਤਾ ਗਿਆ ਪੜ੍ਹਨ ਲਈ, ਡਾਕਟਰ ਨੇ ਬਕਾਇਦਾ ਕਹਿ ਦਿੱਤਾ, ਪਰਿਵਾਰ ਨੇ ਕਹਿ ਦਿੱਤਾ, ਖੁਦ ਉਹਨੂੰ ਮਹਿਸੂਸ ਫੀਲ ਹੋ ਰਿਹਾ, ਬੌਧਿਕ ਨੌਲੇਜ ਬਹੁਤ ਹੋ ਗਈ। ਪਰ ਇੱਕ ਅਗਲਾ ਸਟੈਪ ਹੈ ਅਗਿਆਨਤਾ ਦਾ, ਜਿਸ ਵਿੱਚੋਂ ਨਿਕਲਣਾ ਸਭ ਤੋਂ ਜ਼ਿਆਦਾ ਕਠਿਨ ਹੈ, ਸਭ ਤੋਂ ਔਖਾ ਹੈ। ਹੋ ਸਕਦਾ ਹੈ ਬਹੁਤੀ ਜਾਣਕਾਰੀ ਲੈਣ ਤੋਂ ਬਾਅਦ ਵੀ ਬੰਦਾ ਉੱਥੇ ਹੀ ਫਸਿਆ ਰਹੇ ਜਿੱਥੇ ਜਾਣਕਾਰੀ ਲੈਣ ਤੋਂ ਪਹਿਲਾਂ ਉਲਝਿਆ ਹੋਇਆ। ਸਤਿਗੁਰੂ ਨੇ ਉਸ ਮਨੋ ਅਵਸਥਾ ਨੂੰ ਅਗਿਆਨਤਾ ਦੀ ਅਵਸਥਾ ਕਿਹਾ, ਬੇਸਮਝੀ ਦੀ। ਤੁਸੀਂ ਇੱਕ ਟਰੈਪ ਵਿੱਚ ਫਸੇ ਹੋਏ ਹੋ ਆਪਣੇ ਆਪ ਵਿੱਚ, ਜਿਹਦੇ ਵਿੱਚੋਂ ਨਿਕਲਣਾ ਤੁਹਾਡੇ ਲਈ ਬੜਾ ਕਠਿਨ ਹੈ। ਔਰ ਇਹਦੀ ਬੜੀ ਖੂਬਸੂਰਤ ਵਿਆਖਿਆ ਸਤਿਗੁਰੂ ਨੇ ਬਾਣੀ 'ਚ ਕਹੀ, ਕੂੜ ਕਮਾਣਾ ਕੂੜੋ ਹੋਵੇ। ਇੱਕ ਮੱਕੜੀ ਹੈ ਨਾ, ਜਾਲਾ ਬੁਣਦੀ ਹੈ, ਉਹ ਉਸ ਜਾਲੇ ਨੂੰ ਬੁਣਦੀ ਰਹਿੰਦੀ ਹੈ। ਉਹ ਜਾਲਾ ਉਹਦੇ ਸਰੀਰ ਵਿੱਚੋਂ, ਉਹਦੀ ਬੋਡੀ ਵਿੱਚੋਂ ਤਰਲ ਪਦਾਰਥ, ਜ਼ਾਇਆ ਪਦਾਰਥ ਨਿਕਲਦਾ ਹੈ, ਅਤੇ ਉਹ ਉਸ ਦਾ ਇੱਕ ਜਾਲ ਬੁਣਦੀ ਬਹੁਤ ਵੱਡਾ ਚੌੜਾ ਜਾਲ ਬੁਣ ਲੈਂਦੀ ਹੈ, ਅਤੇ ਆਪ ਉਹਦੇ ਵਿੱਚ ਖੁਦ ਹੀ ਫਸ ਜਾਂਦੀ ਜਿਸ ਜਾਲ ਨੂੰ ਉਹਨੇ ਬੁਣਿਆ ਹੁੰਦਾ। ਅਤੇ ਉਹ ਮਰਦੀ ਵੀ, ਉਹਦੀ ਡੈਥ ਵੀ ਜਿਹੜੀ ਹੈ, ਉਹਦੀ ਜ਼ਿੰਦਗੀ ਵੀ ਉਸੇ ਜਾਲੇ ਵਿੱਚ ਉਲਝ ਕੇ ਫਸ ਕੇ ਹੀ ਖਤਮ ਹੁੰਦੀ ਹੈ। ਹੁਣ ਉਹ ਜਾਲਾ ਬਾਹਰੋਂ ਕੋਈ ਸਾਜ਼ਿਸ਼ ਕਰਕੇ ਉਹਦੇ ਲਈ ਨਹੀਂ ਬੁਣ ਰਿਹਾ ਹੁੰਦਾ, ਉਹਨੇ ਖੁਦ ਹੀ ਬੁਣਿਆ ਹੁੰਦਾ। ਇਹ ਇੱਕ ਐਗਜ਼ੈਂਪਲ ਹੈ, ਇੱਕ ਉਦਾਹਰਣ ਹੈ ਵੀ ਅਸੀਂ ਜੋ ਕੁਝ ਆਪਣੇ ਅੰਦਰ ਵਸਾਈ ਬੈਠੇ ਆ ਨਾ, ਉਹ ਚੀਜ਼ ਹੀ ਸਾਡੇ ਕਰੈਕਟਰ ਨੂੰ ਡਿਵੈਲਪ ਕਰਦੀ ਹੈ, ਬਣਾਉਂਦੀ ਹੈ, ਉਸਾਰਦੀ ਹੈ, ਮੇਨਟੇਨ ਵੀ ਰੱਖਦੀ ਹੈ। ਉਹਦੇ ਵਿੱਚ ਅਸੀਂ ਇੰਨੇ ਜ਼ਿਆਦਾ ਜਿਹੜੇ ਜਾਲ ਵਿੱਚ ਅਸੀਂ ਫਸੇ ਹੁੰਦੇ ਆ, ਉਹ ਅਸੀਂ ਬੁਣਿਆ ਵੀ ਖੁਦ ਹੀ ਹੁੰਦਾ। ਉਹਦੇ ਵਿੱਚ ਅਸੀਂ ਉਲਝ ਕੇ ਉਹਦੇ 'ਚੋਂ ਬਾਹਰ ਨਿਕਲਣ ਨੂੰ, ਉਹਦੇ 'ਚੋਂ ਮੁਕਤ ਹੋਣ ਨੂੰ ਅਸੀਂ ਯਤਨ ਨਹੀਂ ਕਰਦੇ। ਸਭ ਤੋਂ ਕਠਿਨ ਖੇਡ ਗੁਰੂ ਸਾਹਿਬ ਨੇ ਕਿਹਾ, ਆਪਣੀ ਤੰਗ ਦਿਲੀ, ਆਪਣੇ ਅੰਦਰ ਦੇ ਬੁਣੇ ਜਾਲ ਤੋਂ ਬਾਹਰ ਆਉਣਾ ਹੀ ਸਭ ਤੋਂ ਵੱਧ ਕਠਿਨ ਹੈ। ਇਹ ਸਭ ਤੋਂ ਵੱਡੀ ਘਾਲਣਾ ਹੈ। ਪਤਾ ਸਤਿਗੁਰੂ ਨੇ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਹਾਲ। ਮਸ਼ੱਕਤ ਕਹਿੰਦੇ ਨੇ ਕਰੜੀ ਘਾਲਣਾ ਨੂੰ, ਹਾਰਡ ਵਰਕ, ਬਹੁਤ ਜ਼ਿਆਦਾ ਤਕਲੀਫ ਦੇ, ਪੀੜਾਦਾਇਕ, ਬਹੁਤ ਜ਼ਿਆਦਾ ਔਖਾ ਰਸਤਾ ਜਿਹੜਾ ਕੰਮ ਕਰਨ ਵਾਲਾ, ਉਹਨੂੰ ਮਸ਼ੱਕਤ ਕਿਹਾ। ਇਹ ਸਤਿਗੁਰੂ ਇਕੱਲਾ ਫਿਜ਼ੀਕਲੀ ਥੋੜ੍ਹਾ ਕਹਿ ਰਹੇ ਨੇ ਕਿ ਚੌਂਕੜਾ ਲਾ ਕੇ ਬਹਿਣਾ ਬੜਾ ਔਖਾ ਹੈ, ਰੱਬ ਜ਼ੁਬਾਨ ਤੋਂ ਕਹਿਣਾ ਬੜਾ ਔਖਾ ਹੈ। ਇਹ ਇਕੱਲਾ ਇਸ ਬਾਬਤ ਨਹੀਂ ਗੱਲ ਹੋ ਰਹੀ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਨਾਮ ਦਾ ਅਰਥ ਹੈ ਆਪਣੀ ਸੁਰਤ, ਆਪਣੀ ਚੇਤਨਾ ਨੂੰ ਬਦਲ ਸੁੱਟਣਾ ਹੈ ਬੰਦੇ ਨੂੰ। ਉਸ ਨੂੰ ਆਪਣੇ ਖੁਦ ਦੇ ਬੁਣੇ ਹੋਏ ਜਾਲ ਨੂੰ ਤੋੜਨਾ ਪੈਣਾ, ਆਪਣੇ ਆਪ ਦੇ ਅਗੇਂਸਟ ਹੋਣਾ ਪੈਣਾ, ਆਪਣੇ ਆਪ ਦੇ ਬਰਖਲਾਫ ਖਲੋਣਾ ਪੈਣਾ। ਜਦੋਂ ਆਪਣੀ ਭੰਨ ਤੋੜ ਖੁਦ ਕਰਨੀ ਪਏਗੀ ਤਾਂ ਬੜੀ ਤਕਲੀਫ ਹੋਏਗੀ, ਬੜਾ ਔਖਾ ਹੋਏਗਾ। ਇੱਕ ਉਦਾਹਰਣ ਦਿੰਦਾ ਹੈ ਇਸ ਬਾਰੇ। ਇੱਕ ਮੰਗਤਾ ਭਿਖਾਰੀ 30-35 ਸਾਲ ਤੋਂ ਇੱਕ ਚੁਰਾਹੇ ਦੇ ਵਿੱਚ ਰੋਜ਼ ਆ ਕੇ ਇੱਕ ਕੱਪੜਾ ਵਿਛਾ ਕੇ ਉਹਦੇ 'ਤੇ ਬੈਠ ਜਾਂਦਾ ਸੀ। ਬੜੀਆਂ ਮੈਲੀਆਂ ਕੁਚੀਲੀਆਂ ਲੀਰਾਂ ਜੀਆਂ ਉਹਦੇ ਗਲ ਵਿੱਚ ਹੁੰਦੀਆਂ ਸਨ, ਅਤੇ ਹੱਥ ਵਿੱਚ ਇੱਕ ਚਿੱਬਾ ਜਿਹਾ ਠੂਠਾ ਹੁੰਦਾ ਸੀ, ਜਿਸ ਨੂੰ ਫੜ ਕੇ ਉਹ ਰੋਜ਼ ਮੰਗਦਾ। 30-35 ਸਾਲ ਤੋਂ ਉਸ ਚੁਰਾਹੇ ਦੇ ਵਿੱਚ ਉਸ ਨੂੰ ਵੇਖਿਆ ਗਿਆ ਵੀ ਇਹ ਮੰਗਦਾ ਹੀ ਆ, ਬਸ ਕੋਈ 1 ਪੈਸਾ ਦੇ ਜਾਏ, ਕੋਈ 2 ਪੈਸੇ ਦੇ ਜਾਏ, ਕੋਈ ਉਸ ਨੂੰ ਤਰਸ ਕਰਕੇ ਰੋਟੀ ਦਾ ਟੁਕੜਾ ਦੇ ਜਾਂਦਾ, ਕੋਈ ਬ੍ਰੈਡ ਦੇ ਜਾਂਦਾ। ਇਸ ਤਰ੍ਹਾਂ ਜ਼ਿੰਦਗੀ ਲੰਘ ਰਹੀ ਸੀ। ਉਸ ਨੇ ਮੰਗਿਆ ਹੀ ਇੰਨੀ ਵਾਰ ਵੀ ਉਹਨੂੰ ਇਹ ਲੱਗਦਾ ਹੀ ਨਹੀਂ ਸੀ ਵੀ ਮੈਂ ਨੀਵਾਂ ਕੰਮ ਕਰ ਰਿਹਾ। ਕਈ ਵਾਰ ਤੁਸੀਂ ਵੇਖਿਆ, ਐਸਾ ਨਹੀਂ ਹੁੰਦਾ ਵੀ ਬੰਦਾ ਉਹ ਫਿਜ਼ੀਕਲੀ ਕੋਈ ਪ੍ਰੋਬਲਮ 'ਚ ਹੈ ਜਾਂ ਉਹਦੀ ਕੋਈ ਮਜਬੂਰੀ ਹੈ ਮੰਗਣਾ, ਉਹ ਹੋਰ ਕੁਝ ਕਰ ਨਹੀਂ ਸਕਦਾ। ਨਹੀਂ, ਮੈਂਟੈਲਿਟੀ ਬਣ ਜਾਂਦੀ ਹੈ, ਸੁਰਤੀ ਇਹੋ ਜਿਹੀ ਬਣ ਜਾਂਦੀ ਹੈ। ਤੁਸੀਂ ਵੇਖਿਆ ਨਹੀਂ, ਕਈ ਵਾਰ ਬੰਦੇ ਕਿਸੇ ਮੰਗਣ ਵਾਲੇ ਨੂੰ ਕਹਿੰਦੇ ਨੇ ਤੂੰ ਬਿਮਾਰ ਹੈ, ਕੰਮ ਨਹੀਂ ਕਰ ਸਕਦਾ। ਕਰ ਸਕਦਾ ਉਹ, ਪਰ ਉਹ ਮਾਨਸਿਕ ਤੌਰ ਉੱਤੇ ਇਹੋ ਜਿਹਾ ਹੋ ਚੁੱਕਿਆ, ਉਹਨੂੰ ਲੱਗਦਾ ਵੀ ਇਹ ਰਾਹ ਸਹੀ ਹੈ। ਉਹ ਸਰੀਰਕ ਤੌਰ 'ਤੇ ਅਪਾਹਜ ਨਹੀਂ ਹੁੰਦਾ, ਉਹਦੀ ਮਾਨਸਿਕ ਬਣਤਰ ਹੀ ਇਹੋ ਜਿਹੀ ਬਣ ਚੁੱਕੀ ਹੁੰਦੀ ਹੈ। ਉਹ ਸੋਚਦਾ ਕੀ ਗਲਤ ਹੈ ਇਹਦੇ 'ਚ। ਚੋਰੀ ਕਰਨ ਨਾਲੋਂ ਤਾਂ ਉਹਦੀ ਵੀ ਹੁਣ ਆਪਣੀ ਦਲੀਲ ਹੋਏਗੀ, ਉਹ ਕਹੇਗਾ ਚੋਰੀ ਕਰਨ ਨਾਲੋਂ ਤਾਂ ਠੀਕ ਹੀ ਕਰ ਰਿਹਾ ਮੈਂ। ਤੁਹਾਡੀ ਜੇਬ ਕੱਟਣ ਨਾਲੋਂ ਤਾਂ ਇਮਾਨਦਾਰੀ ਦਾ ਕੰਮ ਹੀ ਕਰ ਰਿਹਾ ਨਾ, ਮੰਗ ਹੀ ਰਿਹਾ ਨਾ। ਜੇ ਤੁਹਾਡੀ ਮੈਂ ਜੇਬ ਕੱਟ ਕੇ ਲੈ ਜਾਂਦਾ ਫਿਰ ਤੁਸੀਂ ਕਰ ਲੈਂਦੇ।
ਹੁਣ ਐਸੇ ਬੰਦਿਆਂ ਦੀਆਂ ਆਪਣੀਆਂ ਦਲੀਲਾਂ ਹੋਣਗੀਆਂ, ਪਰ ਜਿਹੜਾ ਬੰਦਾ ਸਧਾਰਨ ਉਹ ਆਖੇਗਾ ਹੱਦ ਹੋ ਗਈ। ਹੱਟਾ ਕੱਟਾ ਬੰਦਾ ਹੈ, ਤੰਦਰੁਸਤ ਬੰਦਾ ਹੈ, ਜਵਾਨੀ ਦੀ ਉਮਰ ਹੈ, ਭੀਖ ਮੰਗਦਿਆਂ ਸ਼ਰਮ ਨਹੀਂ ਆਉਂਦੀ। ਪਰ ਉਹ ਬੰਦਾ ਉਹਨਾਂ ਦੀ ਐਗਜ਼ਾਮਪਲ ਦੇਗਾ, ਉਹ ਕਹੇਗਾ ਜਿਹੜੇ ਜੇਬ ਕੱਟਦੇ ਨੇ ਸ਼ਰਮ ਉਹਨਾਂ ਨੂੰ ਕਰਨੀ ਚਾਹੀਦੀ, ਮੈਂ ਤਾਂ ਮੰਗ ਹੀ ਰਿਹਾ, ਦੇਣਾ ਦਿਓ, ਨਹੀਂ ਦੇਣਾ ਨਾ ਸਹੀ। ਹਰ ਬੰਦੇ ਕੋਲ ਆਪਣਾ ਆਪਣਾ ਲੌਜਿਕ ਹੁੰਦਾ ਹੈ, ਆਪਣੀ ਆਪਣੀ ਉਦਾਹਰਣ ਹੁੰਦੀ ਹੈ, ਆਪਣਾ ਆਪਣਾ ਤਰਕ ਹੁੰਦਾ ਹੈ, ਆਪਣੇ ਆਪਣੇ ਖਿਆਲ ਹੁੰਦੇ ਨੇ, ਔਰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਉਹਦੇ ਕੋਲ ਬਹੁਤ ਮਟੀਰੀਅਲ ਹੁੰਦਾ ਹੈ, ਗੱਲਾਂ ਬਾਤਾਂ ਦਾ ਅਤੇ ਖਿਆਲਾਂ ਦਾ। ਖੈਰ ਉਹ ਗੱਲ ਵੱਖਰੀ ਹੈ। ਇੱਕ ਧਨੀ ਆਦਮੀ ਜਿਹੜਾ ਸੀ ਨਾ, ਇੱਕ ਦਿਨ ਉਸ ਭਿਖਾਰੀ ਨੂੰ ਆਪਣੇ ਨਾਲ ਲੈ ਜਾਂਦਾ ਗੱਡੀ 'ਚ ਬਿਠਾ ਕੇ ਆਪਣੇ ਘਰ। ਉਸਨੇ ਆਪਣੇ ਨੌਕਰਾਂ ਨੂੰ ਆਖਿਆ ਵੀ ਸਭ ਤੋਂ ਪਹਿਲਾਂ ਇਹਦਾ ਇਸ਼ਨਾਨ ਕਰਾਓ ਅਤੇ ਬੜੇ ਸੋਹਣੇ ਕੱਪੜੇ ਇਹਨੂੰ ਦਿਓ ਪਹਿਨਣ ਵਾਸਤੇ, ਸਿਰ ਤੋਂ ਪੈਰਾਂ ਤੱਕ ਬੜਾ ਸੋਹਣਾ ਲਿਬਾਸ ਦਿੱਤਾ, ਸੋਹਣੀ ਜੁੱਤੀ ਪਹਿਨਣ ਵਾਸਤੇ ਦਿੱਤੀ, ਕੁਝ ਕੱਪੜੇ ਬੰਨ੍ਹ ਕੇ ਬੈਗ ਵਿੱਚ ਪਾ ਕੇ ਉਹਨੂੰ ਦਿੱਤੇ, ਰੋਟੀ ਖਵਾਈ। ਜਦੋਂ ਉਹਦੀ ਇਸ ਪੱਖੋਂ ਖਾਣ ਅਤੇ ਪਹਿਨਣ ਪੱਖੋਂ ਤਸੱਲੀ ਹੋਈ ਤਾਂ ਉਸਨੇ ਬੇਸ਼ੁਮਾਰ ਪੈਸਾ ਜਿਹੜਾ ਨਾ ਚੈੱਕ ਕੱਟ ਕੇ ਉਹਦੇ ਹੱਥ 'ਚ ਦੇ ਦਿੱਤਾ। ਕਹਿਣ ਲੱਗਿਆ, ਮੈਂ ਤੈਨੂੰ 30-35 ਸਾਲ ਤੋਂ ਉਸ ਚੁਰਾਹੇ ਵਿੱਚ ਮੰਗਦਿਆਂ ਹੋਇਆਂ ਵੇਖ ਰਿਹਾ, ਅੱਜ ਮੇਰੇ ਮਨ 'ਚ ਆਇਆ ਇੰਨੀਆਂ ਥਾਵਾਂ 'ਤੇ ਮੈਂ ਦਾਨ ਦਿੰਦਾ, ਡੋਨੇਟ ਕਰਦਾ, ਡੋਨੇਸ਼ਨ ਦਿੰਦਾ, ਇੰਨਾ ਪੈਸਾ ਮੈਂ ਖਰਚ ਕਰਦਾ, ਦੌਲਤ ਦੀ ਕਮੀ ਕੋਈ ਨਹੀਂ, ਕਿਉਂ ਨਾ ਤੇਰੀ ਜ਼ਿੰਦਗੀ ਸਵਾਰ ਦਿਆਂ, ਤੈਨੂੰ ਤੇਰੇ ਅਗਲੇ ਪਰਿਵਾਰ ਨੂੰ ਵੀ ਗਾਂ ਮੰਗਣ ਦੀ ਲੋੜ ਨਹੀਂ, ਤੂੰ ਆਰਾਮ ਨਾਲ ਆਪਣਾ ਗੁਜ਼ਾਰਾ ਕਰ ਸਕਦਾ ਜੇ ਤੂੰ ਪੈਸੇ ਸੰਭਾਲ ਕੇ ਵਰਤੇਂਦਾ, ਅੱਜ ਤੋਂ ਬਾਅਦ ਤੂੰ ਮੰਗਣਾ ਨਹੀਂ। ਕਹਿਣ ਲੱਗਿਆ ਜੀ ਠੀਕ ਹੈ। ਹੁਣ ਕਮਾਲ ਦੀ ਗੱਲ, ਉਹ ਜਿਸ ਵੇਲੇ ਤੁਰਨ ਲੱਗਿਆ ਨਾ ਅਤੇ ਉਸਨੇ ਉਹ ਜਿਹੜਾ ਲੀਰਾਂ ਗਲ 'ਚ ਪਾਈਆਂ ਸੀ, ਪਹਿਲਾ ਲਿਬਾਸ ਜਿਹੜਾ ਸੀ ਉਹਦਾ, ਅਤੇ ਉਹ ਠੂਠਾ ਜਿਹੜਾ ਫੜ ਕੇ ਉਹ ਮੰਗਦਾ ਸੀ ਜਿਹਦੇ 'ਚ, ਉਹ ਵੀ ਉਹਨੇ ਝੋਲੇ 'ਚ ਪਾ ਕੇ ਨਾਲ ਹੀ ਚੁੱਕ ਲਿਆ। ਉਹ ਧਨੀ ਬੰਦਾ ਕਹਿਣ ਲੱਗਿਆ, ਗੱਲ ਸੁਣ ਇੱਕ ਮਿੰਟ, ਤੈਨੂੰ ਇੰਨੇ ਸੋਹਣੇ ਕੱਪੜੇ ਦਿੱਤੇ ਨੇ, ਸਭ ਕੁਝ ਪੈਸਾ ਦਿੱਤਾ ਹੈ, ਹੁਣ ਤੇ ਤੂੰ ਅਮੀਰ ਬੰਦਿਆਂ ਦੀ ਕਤਾਰ ਵਿੱਚ ਖੜਾ ਹੈ, ਅਤੇ ਆਹ ਲੀਰਾਂ ਅਤੇ ਆਹ ਠੂਠਾ ਇਹ ਕਾਹਨੂੰ ਚੁੱਕੀ ਬੈਠਾ, ਹੁਣ ਇਹਨੂੰ ਸੁੱਟ ਦੇ। ਕਹਿਣ ਲੱਗਾ ਜੀ ਇਹ ਮੇਰੇ ਕੋਲੋਂ ਨਹੀਂ ਹੋ ਸਕਦਾ। ਕਹਿੰਦਾ ਕਿਉਂ? ਕਹਿੰਦਾ ਤੁਸੀਂ ਸੋਚੋ, ਸਾਲਾਂ ਬੱਧੀ ਆਹ ਲੀਰਾਂ ਮੇਰੇ ਤਨ 'ਤੇ ਰਹੀਆਂ ਨੇ, ਆਹ ਠੂਠਾ ਮੇਰੇ ਹੱਥ 'ਚ 35 ਸਾਲ ਤੋਂ ਹੈ, ਇਸੇ ਨਾਲ ਮੈਂ 35 ਸਾਲ ਕੱਢੇ ਨੇ। ਸੱਚੀ ਬੜੀ ਖੁਸ਼ੀ ਹੈ ਜਦੋਂ ਤੁਸੀਂ ਮੈਨੂੰ ਚੰਗੇ ਕੱਪੜੇ ਦਿੱਤੇ, ਬੜੀ ਖੁਸ਼ੀ ਹੈ ਜਦੋਂ ਤੁਸੀਂ ਮੈਨੂੰ ਪੈਸਾ ਦਿੱਤਾ, ਪਰ ਜਦੋਂ ਤੁਸੀਂ ਕਹਿੰਦੇ ਹੋ ਨਾ ਵੀ ਆਹ ਠੂਠਾ ਸੁੱਟਦੇ, ਮੇਰੇ ਮਨ ਨੂੰ ਖੋਜ ਹੀ ਪੈਂਦੀ ਹੈ ਵੀ ਜਿਵੇਂ ਮੇਰਾ ਕੁਝ ਗਵਾਚ ਰਿਹਾ ਹੋਵੇ। ਹਾਲਾਂਕਿ ਇਹਦੀ ਵੈਲਿਊ, ਇਹਦੀ ਕੀਮਤ ਕੋਈ ਨਹੀਂ। ਵੀ ਕੋਈ ਤੁਹਾਡੇ ਤਨ ਤੋਂ ਲੀਰਾਂ ਲਾ ਕੇ ਤੁਹਾਨੂੰ ਸੋਹਣੀ ਪੋਸ਼ਾਕ ਪਵਾਵੇ ਤਾਂ ਤੁਹਾਨੂੰ ਤਾਂ ਲੀਰਾਂ ਵੱਲ ਤੱਕਣਾ ਹੀ ਨਹੀਂ ਚਾਹੀਦਾ। ਉਸ ਠੂਠੇ ਦਾ ਤੁਸੀਂ ਕੀ ਕਰਨਾ ਹੈ ਜਿਹਨੂੰ 35 ਸਾਲ ਭਾਵੇਂ ਫੜ ਕੇ ਤੁਸੀਂ ਮੰਗਿਆ, ਪਰ ਤੁਹਾਨੂੰ ਹੁਣ ਬੇਸ਼ੁਮਾਰ ਦੌਲਤ ਤੁਹਾਡੀ ਜੇਬ 'ਚ ਪੈ ਗਈ, ਤੁਸੀਂ ਉਸ ਠੂਠੇ ਤੋਂ ਕੀ ਲੈਣਾ ਹੈ? ਪਰ ਕਹਿਣ ਲੱਗਾ ਜੀ ਇਹ 35 ਸਾਲ ਦਾ ਸਾਥ ਇੱਕ ਮੋਹ ਬਣ ਗਿਆ ਇਹਨਾਂ ਚੀਜ਼ਾਂ ਨਾਲ, ਇੱਕ ਅਟੈਚਮੈਂਟ ਬਣ ਗਈ ਹੈ। ਉਹ ਅੰਦਰ ਦੀ ਜਿਹੜੀ ਫੀਲਿੰਗ ਇਹਨਾਂ ਨਾਲ ਜੁੜੀ ਹੋਈ ਹੈ ਨਾ, ਹੁਣ ਮੇਰੇ ਕੋਲ ਮੈਂ ਲੈ ਜਾਣਾ, ਇਹਨੂੰ ਮੈਂ ਘਰ ਰੱਖ ਲੈਣਾ। ਹੁਣ ਇਹ ਇੱਕ ਐਗਜ਼ਾਮਪਲ, ਇੱਕ ਉਦਾਹਰਣ ਹੈ। ਮਨੁੱਖ ਵੀ ਐਵੇਂ ਹੀ ਕਰਦਾ ਹੈ। ਅਸੀਂ ਗੁਰੂ ਤੋਂ ਮੁਨਕਰ ਕਦੇ ਨਹੀਂ ਹੁੰਦੇ। ਸੱਚੀ ਗੱਲ ਇਹ ਹੈ, ਅਸੀਂ ਕਹਿੰਦੇ ਸਤਿਗੁਰੂ ਜੋ ਤੁਸੀਂ ਕਹਿੰਦੇ ਹੋ ਨਾ 100% ਸੱਚ ਹੈ, ਜੋ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ ਨਾ ਅਸੀਂ ਉਹ ਲੈਣ ਲਈ ਵੀ ਤਿਆਰ ਹਾਂ, ਪਰ ਸਾਡੀ ਜਿਹੜੀ ਅਟੈਚਮੈਂਟ, ਸਾਡਾ ਜਿਹੜਾ ਅੰਦਰੋਂ ਜਿਹੜੀ ਫੀਲਿੰਗ ਜਿਹੜੀ ਉਸ ਅਗਿਆਨਤਾ ਨਾਲ ਜੁੜੀ, ਉਹ ਵੀ ਨਹੀਂ ਛੱਡੀ ਜਾਂਦੀ। ਅਸੀਂ ਭਿਖਾਰੀ ਅਤੇ ਸ਼ਾਹੂਕਾਰਾ ਇਕੱਠੇ ਰੱਖਣਾ ਚਾਹੁੰਦੇ ਹਾਂ। ਅਸੀਂ ਅਗਿਆਨਤਾ ਅਤੇ ਗਿਆਨ ਦੀ ਅਵਸਥਾ ਦੋਵੇਂ ਮੰਨਣਾ ਚਾਹੁੰਦੇ ਹਾਂ ਵੀ ਇਹ ਇਕੱਠੀਆਂ ਰਹਿ ਸਕਦੀਆਂ ਨੇ ਕਿਸੇ ਤਰੀਕੇ ਨਾਲ, ਵੀ ਅਸੀਂ ਆਪਣੀ ਅਗਿਆਨਤਾ ਵੀ ਨਾ ਛੱਡੀਏ ਅਤੇ ਗੁਰੂ ਦਾ ਗਿਆਨ ਵੀ ਅਸੀਂ ਲੈ ਲਈਏ। ਸਾਨੂੰ ਆਪਣੀ ਮਨਮਤ ਵੀ ਨਾ ਛੱਡਣੀ ਪਵੇ ਅਤੇ ਗੁਰਮਤ ਵੀ ਅਸੀਂ ਗੁਰੂ ਕੋਲੋਂ ਲੈ ਲਈ ਨਾ। ਗੁਰੂ ਨੂੰ ਵੀ ਨਹੀਂ ਹੈ, ਗੁਰੂ ਦੀ ਰਿਸਪੈਕਟ ਹੈ, ਗੁਰੂ ਦਾ ਸਤਿਕਾਰ ਹੈ, ਗੁਰੂ ਦਾ ਆਦਰ ਹੈ। ਝੋਲੀ ਵੀ ਅੱਡਦੇ ਹਾਂ, ਰੋਜ਼ ਮੰਗਦੇ ਹਾਂ ਵੀ ਸਾਨੂੰ ਸਿੱਖੀ ਦਾਨ ਵੀ ਦਿਓ, ਪਰ ਜਿਹੜੇ ਕਰਮ ਸਿੱਖੀ ਤੋਂ ਭਟਕਾ ਦੇਣ ਵਾਲੇ ਨੇ, ਕੀ ਉਹ ਛੱਡਣ ਲਈ ਬੰਦੇ ਦਾ ਮਨ ਰਾਜ਼ੀ ਹੈ? ਨਹੀਂ, ਉਹਨਾਂ ਨੂੰ ਵੀ ਰੱਖਣਾ ਚਾਹੁੰਦਾ ਨਾਲ। ਦੋਵੇਂ ਰਸਤੇ ਬਰਾਬਰ ਤੈਅ ਕਰਨਾ ਚਾਹੁੰਦਾ। ਉਹ ਚਾਹੁੰਦਾ ਗੁਰੂ ਦੀ ਖੁਸ਼ੀ ਅਤੇ ਜਿਨ੍ਹਾਂ ਚੀਜ਼ਾਂ ਤੋਂ ਗੁਰੂ ਰੋਕਦਾ ਉਹ ਦੋਵੇਂ ਰਾਹ ਇਕੱਠੇ ਰਹਿ ਜਾਣ। ਇਸ ਕਸ਼ਮਕਸ਼ ਵਿੱਚ ਬੰਦੇ ਦੀ ਜ਼ਿੰਦਗੀ ਲੰਘ ਰਹੀ ਹੈ।
ਕਿਉਂ ਲੰਘਦੀ ਹੈ? ਮਨ ਇਹ ਜਾਣਦਾ ਹੈ ਵੀ ਗੁਰੂ ਦਾ ਰੁਤਬਾ ਬੜਾ ਉੱਚਾ ਹੈ, ਗੁਰੂ ਦੀ ਸਿੱਖੀ, ਗੁਰੂ ਦੇ ਉਪਦੇਸ਼, ਗੁਰੂ ਦੀ ਮੱਤ ਤੋਂ ਬਿਨਾਂ ਮੇਰਾ ਕੋਈ ਭਲਾ ਨਹੀਂ ਕਰ ਸਕਦਾ। ਇਹ ਵੀ ਸਾਨੂੰ ਪਤਾ ਹੈ। ਪਰ ਔਖਾ ਕਿਉਂ ਹੈ? ਜਿਹੜੇ ਜਾਲ ਨੂੰ ਅਸੀਂ ਬੁਣਨ ਦੇ ਉੱਤੇ ਇੰਨਾ ਵਕਤ ਲਾਇਆ ਜੀਵਨ ਦਾ, ਹਰ ਸਾਹ ਨਾਲ ਇੱਕ ਜਾਲ ਬੁਣਿਆ ਅਤੇ ਉਹਦੇ ਵਿੱਚ ਖੁਦ ਫਸੇ ਹੋਏ ਹਾਂ, ਉਹਨੂੰ ਤੋੜਨਾ ਬੜਾ ਔਖਾ ਹੈ, ਬੜਾ ਕਠਿਨ ਹੈ। ਸਤਿਗੁਰੂ ਦੀ ਬਾਣੀ ਵਿੱਚ ਇੱਕ ਵਾਕ ਆਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹਜ਼ੂਰ ਭਾਈ ਲਹਿਣਾ ਜੀ, ਗੁਰੂ ਅੰਗਦ ਸਾਹਿਬ ਦਾ ਪਹਿਲਾ ਨਾਮ ਭਾਈ ਲਹਿਣਾ ਹੈ, ਸੇਵਾ ਕਰਦੇ ਨੇ। ਇੱਕ ਸ਼ਬਦ ਬਾ ਕਮਾਲ ਵਰਤਿਆ ਭਾਈ ਸੱਤਾ ਬਲਵੰਡ ਜੀ ਨੇ, ਕਹਿੰਦੇ ਜਾਂ ਘਾਲ ਮਰਦੀ ਘਾਲੀ। ਭਾਈ ਲਹਿਣੇ ਨੇ ਮਰਦਾਂ ਵਰਗੀ ਘਾਲਣਾ ਘਾਲੀ ਹੈ। ਕੁਝ ਸਾਖੀਆਂ ਨੇ ਨਾ ਸਾਡੇ, ਉਹ ਕੇਵਲ ਟੋਹ ਦੇਣ ਵਾਸਤੇ ਨੇ ਸਾਖੀਆਂ, ਚੇਤੇ 'ਚ ਰੱਖਿਓ। ਗੁਰੂ ਸਾਹਿਬ ਨੇ ਆਹ ਕਰਮ ਕਿਹਾ ਅਤੇ ਭਾਈ ਲਹਿਣੇ ਨੇ ਉਵੇਂ ਕਰ ਲਿਆ। 7 ਵਚਨ ਕਹਿ ਕੇ ਉਜਰ ਨਹੀਂ ਕੀਤਾ, ਸਵਾਲ ਨਹੀਂ ਕੀਤਾ, ਜੋ ਵੀ ਆਗਿਆ ਉਹ ਕਰਦੇ ਰਹੇ, ਉਹ ਮੰਨਦੇ ਰਹੇ। ਇਹ ਇਕੱਲਾ ਫਿਜ਼ੀਕਲੀ ਨਹੀਂ ਸੀ। ਅਸਲ ਗੱਲ ਇਹ ਸੀ ਵੀ ਭਾਈ ਲਹਿਣੇ ਨੇ ਆਪਣੇ ਜੀਵਨ ਨੂੰ ਪਲਟਣਾ ਸੀ, ਅਤੇ ਉਹ ਤਾਂ ਪਲਟਿਆ ਜਾਣਾ ਸੀ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਉਂ ਦਾ ਤਿਉਂ ਉਹ ਅਡੋਪਟ ਕਰਦੇ ਨੇ, ਗੁਰੂ ਨੂੰ ਉਸੇ ਰੂਪ ਵਿੱਚ ਉਹ ਮੰਨ ਲੈਂਦੇ ਨੇ। ਮੈਂ ਗੁਰੂ ਨੂੰ ਜਿਸ ਤਰ੍ਹਾਂ ਵੇਖ ਰਿਹਾ ਨਾ, ਉਹ ਇੱਕ ਸੱਜ ਧੱਜ ਵਿੱਚ, ਸੁੰਦਰ ਰੁਮਾਲਿਆਂ ਦੀ ਆਭਾ ਦੇ ਵਿੱਚ ਹੈ। ਪਰ ਜਦੋਂ ਗੁਰੂ ਦੇ ਗਿਆਨ ਤੱਕ ਮੈਂ ਪਹੁੰਚਣਾ ਹੈ ਨਾ, ਗੁਰੂ ਦੇ ਦੀਦਾਰ ਤੱਕ ਮੈਂ ਪਹੁੰਚਣਾ ਹੈ, ਉਦੋਂ ਇੱਥੇ ਪਹੁੰਚਿਆ ਜਾਣਾ ਵੀ ਸਤਿਗੁਰੂ ਨੇ ਜੋ ਆਖਿਆ ਕਿ ਉਹ ਸੱਚਮੁੱਚ ਮੇਰੇ ਜੀਵਨ 'ਚ ਇੰਪਲੀਮੈਂਟ ਵੀ ਹੋ ਸਕਦਾ ਹੈ। ਗੁਰੂ ਕੇਵਲ ਇੰਨੀ ਕੁ ਸ਼ੋਅ ਨਹੀਂ ਹੈ, ਚੇਤੇ 'ਚ ਰੱਖਿਓ। ਬੇਸ਼ੁਮਾਰ ਕੀਮਤੀ ਚੰਦੋਆ ਹੋਵੇ, ਰੁਮਾਲਾ ਹੋਵੇ, ਬੜਾ ਸੋਹਣਾ ਦਰਬਾਰ ਸਤਿਗੁਰੂ ਦਾ ਸਜਿਆ, ਕੇਵਲ ਅੱਖਾਂ ਨਾਲ ਇੰਨਾ ਵੇਖ ਲੈਣ ਨਾਲ ਕਹਾਣੀ ਮੁਕੰਮਲ ਨਹੀਂ ਹੋ ਜਾਣੀ। ਗੁਰੂ ਨੂੰ ਸਾਡੀ ਸੁਰਤ ਵਿੱਚ ਇੱਕ ਜਗ੍ਹਾ ਚਾਹੀਦੀ, ਇੱਕ ਥਾਂ ਚਾਹੀਦੀ, ਉਹਨੇ ਸਾਡੇ ਅੰਦਰ ਵੀ ਆ ਕੇ ਟਿਕਣਾ। ਗੁਰੂ ਲਈ ਅਸੀਂ ਬਾਹਰੀ ਤੌਰ 'ਤੇ ਉੱਚਾ ਮੰਚ ਬਣਾ ਸਕਦੇ ਹਾਂ ਮਹਾਰਾਜ ਦੇ ਪ੍ਰਕਾਸ਼ ਵਾਸਤੇ, ਉਹ ਪੈਸੇ ਨਾਲ, ਸਾਧਨਾ ਨਾਲ, ਮਟੀਰੀਅਲ ਨਾਲ ਬਣ ਜਾਏਗਾ। ਪਰ ਸਹੀ ਮਾਇਨਿਆਂ 'ਚ ਗੁਰੂ ਨੇ ਜਿੱਥੇ ਆ ਕੇ ਰੁਕਣਾ, ਉੱਥੇ ਸਪੇਸ ਚਾਹੀਦੀ ਹੈ, ਉੱਥੇ ਥਾਂ ਬਣਾਉਣੀ ਪਏਗੀ ਗੁਰੂ ਵਾਸਤੇ। ਅਤੇ ਉਹ ਥਾਂ ਬਣਾਉਣ ਵਾਸਤੇ ਤੁਹਾਨੂੰ ਪਹਿਲਾਂ ਆਪਣੇ ਅੰਦਰ ਵੇਖਣਾ ਪਏਗਾ ਵੀ ਉਹ ਥਾਂ ਮੱਲੀ ਕਿਹੜੀ ਚੀਜ਼ ਨੇ, ਉਹ ਖਾਲੀ ਕਿਵੇਂ ਕਰਾਈ ਜਾਏ। ਜਿਉਂ-ਜਿਉਂ ਤੁਸੀਂ ਆਪਣੇ ਅੰਦਰ ਨੂੰ ਖਾਲੀ ਕਰਨ ਵਾਲੇ ਪਾਸੇ ਉਤਰੋਗੇ, ਤੁਹਾਨੂੰ ਲੱਗੇਗਾ ਮੇਰੀ 40 ਸਾਲ ਦੀ ਕਮਾਈ ਜਾ ਰਹੀ ਹੈ, ਮੈਂ 60 ਸਾਲ ਵਿੱਚ ਇਹੋ ਕੁਝ ਕਮਾਇਆ, ਇਹੋ ਕੁਝ ਇਕੱਠਾ ਕੀਤਾ ਹੈ, ਹੁਣ ਮੈਨੂੰ ਇਹ ਆਪ ਹੀ ਆਪਣੇ ਅੰਦਰੋਂ ਕੱਢਣਾ ਪਏਗਾ। ਜਿਹੜੀ ਚੀਜ਼ ਨੂੰ ਮੈਂ ਹੁਣ ਤੱਕ ਪ੍ਰੇਮ ਕਰਦਾ ਰਿਹਾ, ਸਾਂਭ ਰੱਖਦਾ ਰਿਹਾ, ਮੁਹੱਬਤ ਕਰਦਾ ਰਿਹਾ, ਉਹ ਮੇਰੇ ਮਨ ਦੀ ਮੱਤ, ਉਹ ਮੇਰੇ ਖਿਆਲ, ਉਹ ਮੇਰੇ ਵਿਚਾਰ, ਉਹ ਮੇਰੀ ਆਦਤ, ਉਹ ਮੇਰਾ ਅਮਲ, ਹੁਣ ਉਹਨੂੰ ਮੈਨੂੰ ਆਪ ਹੀ ਬਾਹਰ ਕੱਢਣਾ ਪਏਗਾ ਆਪਣੇ ਜੀਵਨ ਵਿੱਚੋਂ। ਇਵੇਂ ਗੁਰੂ ਲਈ ਜਗ੍ਹਾ ਤਿਆਰ ਕਰਨਾ ਬੜਾ ਡਿਫੀਕਲਟ ਵੇ ਹੈ, ਬੜਾ ਔਖਾ ਰਸਤਾ ਹੈ। ਇੰਨਾ ਸਹਿਲਾ ਨਹੀਂ ਹੈ, ਇੰਨਾ ਸੌਖਾ ਵੀ ਨਹੀਂ ਹੈ। ਸਰੀਰ ਦੇ ਆਪ ਭਾਵ, ਰੂਪ, ਰੰਗ, ਚੱਕਰ, ਚਿੰਨ੍ਹ, ਪਹਿਰਾਵੇ ਬਦਲੇ ਜਾ ਸਕਦੇ ਕਿਸੇ ਹੱਦ ਤੱਕ ਥੋੜ੍ਹੀ ਜਿਹੀ ਮਿਹਨਤ ਕਰਕੇ, ਪਰ ਸੁਰਤ ਨੂੰ ਬਦਲਣ ਦੇ ਉੱਤੇ ਉਦੋਂ ਕਿਤੇ ਜ਼ਿਆਦਾ ਵੱਧ ਮਿਹਨਤ ਦੀ ਲੋੜ ਪਏਗੀ। ਸਤਿਗੁਰੂ ਦੇ ਇਤਿਹਾਸ ਨੂੰ ਜਦੋਂ ਅਸੀਂ ਇਸ ਤਰ੍ਹਾਂ ਪੜ੍ਹਾਂਗੇ ਨਾ, ਗੁਰੂ ਕਾਲ ਦੇ ਇਤਿਹਾਸ ਨੂੰ, ਕਿ ਉੱਥੇ ਸਾਰੀ ਦੀ ਸਾਰੀ ਕਹਾਣੀ ਇਸ ਚੀਜ਼ ਦੇ ਇਰਦ ਗਿਰਦ ਘੁੰਮ ਰਹੀ ਹੈ। ਦਸਮ ਪਾਤਸ਼ਾਹ ਹਜ਼ੂਰ ਆਖਦੇ ਨੇ ਮੈਨੂੰ ਸਿਰ ਚਾਹੀਦਾ। ਹੁਣ ਐਵੇਂ ਥੋੜ੍ਹਾ ਸੀ ਵੀ ਇੰਨੇ ਇਕੱਠ 'ਚ ਕੋਈ ਐਵੇਂ ਬੰਦਾ ਹੁੱਬ ਕੇ ਖਲੋ ਜਾਏ, ਮਹਾਰਾਜ ਮੈਂ ਹਾਜ਼ਰ ਹਾਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਿਸ ਨੇ ਉੱਠਣਾ ਸੀ ਉਹਦਾ ਆਪਣਾ ਰਹਿਣਾ ਵੀ ਕੱਖ ਨਹੀਂ ਸੀ। ਸਤਿਗੁਰੂ ਨੇ ਕਿਹਾ ਨਹੀਂ, ਅੱਜ ਤੋਂ ਤੁਹਾਡੀ ਜ਼ਾਤ ਨਾਸ਼, ਕੁਲ ਨਾਸ਼, ਕਿਰਤ ਨਾਸ਼, ਧਰਮ ਨਾਸ਼, ਕਰਮ ਨਾਸ਼, ਅੱਜ ਤੋਂ ਤੁਸੀਂ ਖਾਲਸਾ ਹੋ ਗਏ। ਤਾਂ ਸਾਨੂੰ ਇਹਦੇ ਅਰਥ ਸਮਝਣੇ ਪੈਣਗੇ, ਇਹਦੇ ਮਾਇਨੇ ਸਮਝਣੇ ਪੈਣਗੇ ਵੀ ਇਹਦੇ ਪਿੱਛੇ ਸਮੁੱਚੀ ਕਹਾਣੀ ਕੀ ਖੜੀ ਹੈ। ਸਾਹਿਬ ਸਤਿਗੁਰੂ ਮਹਾਰਾਜ ਆਖਦੇ ਨੇ ਅਗਿਆਨਤਾ ਜਿਹੜੀ ਨਾ, ਅਗਿਆਨਤਾ ਬੇਸਮਝੀ, ਉਹ ਇਕੱਲੀ ਬੌਧਿਕ ਪੱਧਰ ਦੀ ਨਹੀਂ ਵੀ ਤੁਸੀਂ ਪੜ੍ਹ ਲਿਆ, ਤੁਹਾਨੂੰ ਪਤਾ ਲੱਗ ਗਿਆ ਵੀ ਗੱਲ ਕੀ ਹੈ ਤੇ ਤੁਸੀਂ ਗਿਆਨੀ ਹੋ ਗਏ। ਨਹੀਂ ਹੋ ਸਕਦਾ ਬਹੁਤਾਤ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲਾ ਬੰਦਾ ਵੀ ਗਿਆਨੀ ਨਾ ਹੋ ਸਕੇ, ਉਹ ਵੀ ਅਗਿਆਨੀ ਹੋ ਸਕਦਾ। ਅਤੇ ਇਹਦੀ ਮੈਂ ਉਦਾਹਰਣ ਪਹਿਲਾਂ ਦਿੱਤੀ ਹੈ ਵੀ ਉਹਨੇ ਅੰਦਰੋਂ ਇੱਕ ਹਨੇਰੇ ਤੋਂ ਮੁਕਤ ਹੋਣਾ ਹੁੰਦਾ ਹੈ,
ਉਹ ਹੈ ਇੰਪਲੀਮੈਂਟ ਨਹੀਂ ਕੀਤਾ ਜਿੰਨਾ ਚਿਰ ਉਸਨੇ ਉਸ ਚੀਜ਼ ਨੂੰ, ਉਹਨਾਂ ਚਿਰ ਉਹ ਗਿਆਨ ਦੀ ਮੰਜ਼ਿਲ ਵੱਲ ਤੁਰ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਉਹ ਹੈ ਮਸ਼ੱਕਤ, ਉਹ ਹੈ ਘਾਲਣਾ, ਉਹ ਹੈ ਮਿਹਨਤ। ਉਹਦੇ ਰਾਹੀਂ ਹੀ ਅੰਦਰੋਂ ਮੁਕਤ ਹੋਇਆ ਜਾ ਸਕਦਾ। ਉਹ ਅਗਿਆਨਤਾ ਦੀ ਅਵਸਥਾ ਹੈ ਜਿਸ ਵਿੱਚੋਂ ਨਿਕਲਿਆ ਜਾਣਾ। ਉਹ ਇੱਕ ਸਿਚੁਏਸ਼ਨ ਹੈ ਜਿਹੜੀ ਕ੍ਰੀਏਟ ਹੋਈ ਹੈ। ਉਹ ਕਿ ਸ਼ਬਦ ਸੁਣਨ ਨਾਲ ਜਾਂ ਕੇਵਲ ਖਿਮਾ ਕਰਨਾ ਕੋਈ 4 ਅੱਖਰ ਪੜ੍ਹ ਲੈਣ ਨਾਲ ਵੀ ਜਾਣਕਾਰੀ ਆ ਜਾਣ ਨਾਲ ਜਿਹੜੀ ਹੈ ਨਾ ਬੌਧਿਕ ਜਾਣ, ਉਹ ਇੰਨੇ ਨਾਲ ਖਹਿੜਾ ਨਹੀਂ ਛੁੱਟੇਗਾ ਉਹਦੇ ਨਾਲ। ਇਸ ਲਈ ਸਾਹਿਬ ਨੇ ਬਾਣੀ ਦੇ ਵਿੱਚ ਫਰਮਾਇਆ, ਗੁਰ ਕੈ ਸ਼ਬਦ ਬਣਾਵੋ ਇਹ ਮਨ। ਮਨ ਦੀ ਘਾੜਤ ਦੁਬਾਰਾ ਕੱਢਣੀ ਪਏਗੀ, ਉਹ ਸਾਰੀ ਜੀਵਨ ਦੀ ਦੁਬਾਰਾ ਕਰਨੀ ਪਏਗੀ। ਨਹੀਂ ਤਾਂ ਬੌਧਿਕ ਗਿਆਨ ਜਿਹੜਾ ਨਾ, ਬੌਧਿਕ ਚਾਹੇ ਉਹ ਧਰਮ ਗ੍ਰੰਥਾਂ ਦਾ ਹੋਵੇ, ਚੰਗਿਆਈ ਦਾ ਹੋਵੇ, ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਕਾਹਦੇ ਲਈ ਹੁੰਦਾ ਹੈ? ਬ੍ਰਹਮਦਾਸ ਨੂੰ ਬੌਧਿਕ ਗਿਆਨ ਬਹੁਤ ਹੈ ਵੀ ਧਰਮ ਗ੍ਰੰਥ 'ਚ ਕਿੱਥੇ ਕੀ ਲਿਖਿਆ। ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰ ਰਿਹਾ। ਮੈਂ ਸ਼ਬਦ ਨੂੰ ਪੜ੍ਹਿਆ, ਸ਼ਬਦ ਦੇ ਅਰਥ ਸਮਝੇ ਨੇ, ਇਹਦੇ 'ਤੇ ਵਕਤ ਆਪਣਾ ਲਾਇਆ, ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੀ ਸ਼ਬਦ ਵਿੱਚ ਕੀ ਕੀ ਗੁਰੂ ਸਾਹਿਬ ਨੇ ਮੁੱਖ ਨੁਕਤੇ ਕਹੇ ਨੇ। ਇਹ ਸਾਰੀ ਦੀ ਸਾਰੀ ਮੇਰੀ ਜਿਹੜੀ ਮਿਹਨਤ ਹੈ ਨਾ, ਬੌਧਿਕ ਹੈ। ਅਤੇ ਮੈਨੂੰ ਕੋਈ ਸ਼ਬਦ ਦੇ ਅਰਥ ਕਰਦਿਆਂ ਅਤੇ ਕਥਾ ਕਰਦਿਆਂ ਵੇਖ ਕੇ ਆਖੇ ਵੀ ਇਹ ਤਾਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਦੇਸ਼ ਵਿੱਚ ਜਿਉਂ ਦਾ ਤਿਉਂ ਹੀ ਉਹੋ ਜਿਹਾ ਹੀ ਹੋ ਗਿਆ ਹੋਣਾ ਪੜ੍ਹ ਕੇ, ਤਾਂ ਇਹ ਤੁਹਾਡਾ ਭਰਮ ਹੋਏਗਾ। ਜੇ ਮੈਂ ਇਸ ਨੂੰ ਜੀ ਕੇ ਨਹੀਂ ਨਾ ਵੇਖਿਆ ਤਾਂ ਮੈਂ ਗੁਰੂ ਸਾਹਿਬ ਜੀ ਦੇ ਕਥਨ ਮੁਤਾਬਕ ਗਿਆਨੀ ਨਹੀਂ ਬਣ ਸਕਦਾ। ਗੱਲ ਤਾਂ ਇਹ ਵੀ ਇਹਨੂੰ ਇੰਪਲੀਮੈਂਟ ਕੀਤਾ ਹੈ ਕਿ ਨਹੀਂ ਕੀਤਾ, ਗੱਲ ਤਾਂ ਉੱਥੇ ਆ ਕੇ ਸਾਰੀ ਦੀ ਸਾਰੀ ਨਿਬੜਨੀ ਹੈ ਅਮਲ ਦੇ ਉੱਤੇ, ਕਰਮ ਦੇ ਉੱਤੇ। ਜਿਸ ਦਾ ਅਮਲ ਉੱਚਾ ਹੋ ਗਿਆ, ਸਤਿਗੁਰੂ ਨੇ ਉਸੇ ਨੂੰ ਗਿਆਨੀ ਕਿਹਾ। ਨਹੀਂ ਤਾਂ ਕਾਂਸ਼ੀ ਦੇ ਵਿੱਚ ਬੜੇ ਵੱਡੇ ਵਿਦਵਾਨ ਸਨ, ਬੜੇ ਵੱਡੇ ਗੁਰੂ ਨਾਨਕ ਸਾਹਿਬ ਉਹਨਾਂ ਪੰਡਤਾਂ ਅਤੇ ਵਿਦਵਾਨਾਂ ਦਾ ਇੱਕ ਵੀ ਅੱਖਰ ਆਪਣੀ ਬਾਣੀ ਵਿੱਚ ਲਿਖ ਕੇ ਨਾਲ ਨਹੀਂ ਲੈ ਕੇ ਆਏ, ਸਗੋਂ ਕਬੀਰ ਦੀ ਬਾਣੀ ਲੈ ਆਏ, ਭਗਤ ਰਵਿਦਾਸ ਜੀ ਦੀ ਬਾਣੀ ਲੈ ਆਏ। ਭਗਤ ਰਵਿਦਾਸ ਜੀ ਕੀ ਕਿ ਗਰੀਬ ਜੈ ਸਨ, ਮਸਾਂ ਗੁਜ਼ਾਰਾ ਚੱਲਦਾ ਸੀ, ਮਰੇ ਹੋਏ ਪਸ਼ੂ ਢੋਂਦੇ, ਚਮੜੇ ਦੀ ਕਿਰਤ ਕਰਦੇ। ਕਬੀਰ ਸਾਹਿਬ ਖੱਡੀ ਚਲਾ ਕੇ ਕੱਪੜਾ ਬੁਣ ਕੇ ਉਸ ਕੱਪੜੇ ਨੂੰ ਰੰਗ ਧੋ ਕੇ ਵੇਚ ਕੇ ਤੇ ਫਿਰ ਆਪਣਾ ਗੁਜ਼ਾਰਾ ਕਰਦੇ ਸਨ। ਗੁਰਬਤ ਸੀ, ਗਰੀਬੀ ਸੀ। ਫਿਰ ਭਾਰਤ ਦੇ ਜਿਹੜਾ ਉੱਥੇ ਜਾਤ ਵਰਣ ਦਾ ਸਿਸਟਮ ਹੈ, ਜਿਹੜਾ ਇੱਕ ਸਮੁੱਚੇ ਰੂਪ ਵਿੱਚ ਤਾਣਾ ਬਾਣਾ ਹੈ, ਉਹਦੇ ਮੁਤਾਬਕ ਭਗਤ ਸਾਹਿਬਾਨ ਜਿਹੜੀ ਸ਼੍ਰੇਣੀ 'ਚ ਲਿਆਂਦੇ ਗਏ ਨੇ, ਉਹ ਤਾਂ ਇਸ ਤਰ੍ਹਾਂ ਵੇਦਾਂ ਅਤੇ ਸਿਮਰਤੀਆਂ ਅਤੇ ਇਹਨਾਂ ਦੀ ਪੜ੍ਹਾਈ ਤਾਂ ਕਰ ਹੀ ਨਹੀਂ ਸਨ ਸਕਦੇ, ਕਿਉਂਕਿ ਇਹਨਾਂ ਨੂੰ ਉਹ ਕੁਝ ਪੜ੍ਹਨ ਦੀ ਇਜਾਜ਼ਤ ਹੀ ਨਹੀਂ, ਆਗਿਆ ਹੀ ਨਹੀਂ ਸੀ ਸ਼ਾਸਤਰਾਂ ਦੇ ਵਿਧਾਨ ਮੁਤਾਬਕ। ਪਰ ਗੁਰੂ ਸਾਹਿਬ ਨੇ ਮੰਨਿਆ ਹੈ ਵੀ ਕਬੀਰ ਜੀ ਅਸਲ ਗਿਆਨੀ ਨੇ। ਜੇ ਤੁਹਾਨੂੰ ਜੀਵਨ ਦਾ ਕੋਈ ਅਹਿਸਾਸ ਕਰਾ ਸਕਦਾ ਹੈ ਵੀ ਉਹ ਭਗਤ ਰਵਿਦਾਸ ਜੀ ਦੀ ਬਾਣੀ ਕਰਾ ਸਕਦੀ ਹੈ, ਕਿਸੇ ਪੰਡਤ ਦੇ ਬੋਲ ਨਹੀਂ ਕਰਾ ਸਕਦੇ। ਪੰਡਤ ਜੋ ਕਹਿੰਦਾ ਉਹਨੇ ਪੜ੍ਹਿਆ, ਉਹਨੇ ਸੁਣਿਆ, ਉਹਨੇ ਕੇਵਲ ਬੌਧਿਕ ਤੌਰ 'ਤੇ ਸਮਝਿਆ ਅਤੇ ਤੁਹਾਨੂੰ ਕਹਿ ਦਿੱਤਾ ਹੈ, ਉਹਨੇ ਉਹਨੂੰ ਜੀਵਨ 'ਚ ਇੰਪਲੀਮੈਂਟ ਕਰਕੇ ਨਹੀਂ ਵੇਖਿਆ। ਕਬੀਰ ਜੀ ਜੋ ਆਖਦੇ ਨੇ, ਉਹਨਾਂ ਆਪਣੀ ਜੀਵਨ ਦੀ ਗਹਿਰਾਈ 'ਚੋਂ ਉਸ ਚੀਜ਼ ਨੂੰ ਜਾਣਿਆ ਵੀ ਹੈ ਅਤੇ ਮਾਣਿਆ ਵੀ ਹੈ ਅਤੇ ਹੰਢਾਇਆ ਵੀ ਹੈ। ਉਹ ਜੋ ਕਹਿਣਗੇ ਉਹ ਜੀਵਨ ਦਾ ਸੱਚ ਕਹਿਣਗੇ। ਤਾਂ ਹੀ ਉਹਨਾਂ ਨੇ ਕਿਹਾ ਨਾ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮੰਨ ਗਿਆ, ਮਨ ਪਤੀਜ ਗਿਆ। ਜੋ ਜਾਣਿਆ ਉਹਨੂੰ ਮਨ ਨੇ ਹੰਢਾਇਆ ਵੀ ਹੈ। ਪਰ ਨਾਲ ਉਹ ਇੱਕ ਹੋਰ ਵੀ ਗੱਲ ਕਹਿੰਦੇ ਨੇ, ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਜਿਸ ਦਾ ਮਨ ਪਤੀਜ ਗਿਆ ਨਾ, ਉਹ ਜਦੋਂ ਕਹਿੰਦਾ ਨਹੀਂ ਸੱਚ ਆ ਹੈ, ਅਤੇ ਮੇਰੇ ਵਰਗਾ ਪੁਸਤਕ ਪੜ੍ਹ ਕੇ ਕਹਿੰਦਾ ਨਹੀਂ ਸੱਚ ਤੇ ਆ ਲਿਖਿਆ, ਉਹ ਕਹਿੰਦਾ ਨਹੀਂ, ਤੂੰ ਅਜੇ ਨੂੰ ਉੱਤਰ ਕੇ ਇਹਦੀ ਗਹਿਰਾਈ 'ਚ ਨਹੀਂ ਵੇਖਿਆ। ਤੂੰ ਮੇਰੇ ਸਾਹਮਣੇ ਅੱਖਰ ਰੱਖਦਾ, ਮੈਂ ਤੇਰੇ ਸਾਹਮਣੇ ਜ਼ਿੰਦਗੀ ਦਾ ਤਜਰਬਾ ਰੱਖਦਾ, ਦੋਵਾਂ 'ਚ ਬੜਾ ਫਰਕ ਹੈ। ਦੋਵਾਂ ਵਿੱਚ ਬੜਾ ਫਰਕ ਹੈ। ਤੂੰ ਕੇਵਲ ਪੜ੍ਹਿਆ ਦੱਸ ਰਿਹਾ ਹੈ, ਕੇਵਲ ਸੁਣਿਆ ਦੱਸ ਰਿਹਾ, ਮੈਂ ਜੀਵਿਆ ਹੋਇਆ ਦੱਸ ਰਿਹਾ। ਦੋਵਾਂ 'ਚ ਬਹੁਤ ਵੱਡਾ ਫਰਕ ਹੈ। ਪਰ ਉਹ ਜਿਸ ਬੰਦੇ ਨੇ ਕੇਵਲ ਪੜ੍ਹਿਆ ਅਤੇ ਸੁਣਿਆ ਨਾ, ਉਹ ਕਹਿੰਦਾ ਨਹੀਂ, ਇਹ ਬੰਦਾ ਕੁਫਰ ਤੋਲਦਾ ਹੈ, ਕਾਫਰ ਹੈ, ਇਹਨੂੰ ਜੀਣ ਦਾ ਹੱਕ ਕੋਈ ਨਹੀਂ। ਕਾਜ਼ੀਆਂ ਦੇ ਸਾਹਮਣੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਉਹਨਾਂ ਨੂੰ ਲੱਗਦੇ ਨੇ ਵੀ ਇਹ ਮਜ਼ਹਬੀ, ਇਹ ਧਰਮੀ ਬੰਦੇ ਨਹੀਂ ਨੇ। ਹੈ ਨਾ ਫਰਕ? ਤੁਸੀਂ ਵੇਖੋ, ਗੁਰੂ ਤੇਗ ਬਹਾਦਰ ਮਹਾਰਾਜ
ਜਿਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਜਾਂਦਾ ਹੈ। ਤੇ ਫਤਵਾ ਕੌਣ ਦਿੰਦਾ ਹੈ? ਫਤਵੇ ਦਾ ਮਤਲਬ ਹੁੰਦਾ ਹੈ ਸ਼ਰਅ ਮੁਤਾਬਕ ਦਿੱਤਾ ਗਿਆ ਫੈਸਲਾ। ਫੈਸਲਾ ਕੌਣ ਸੁਣਾਉਂਦਾ ਹੈ? ਕਾਜ਼ੀ। ਕਾਜ਼ੀ ਕੌਣ ਹੈ ਜੀ? ਮਜ਼ਹਬ ਦਾ ਇੱਕ ਆਗੂ, ਇੱਕ ਮਜ਼ਹਬੀ ਆਗੂ। ਉਹਨੂੰ ਕੁਝ ਹੱਕ ਮਿਲੇ ਹੋਏ ਨੇ ਮਜ਼ਹਬੀ ਤੌਰ ਉੱਤੇ। ਹੁਣ ਉਹ ਫੈਸਲਾ ਦੇ ਰਿਹਾ। ਉਹ ਫੈਸਲਾ ਕਿਉਂ ਦਿੰਦਾ? ਉਹ ਕਹਿਣ ਲੱਗਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਸ਼ਰਅ ਦੇ ਮੁਤਾਬਕ ਸਹੀ ਰਾਹ ਦੇ ਉੱਤੇ ਨਹੀਂ ਹਨ। ਕਾਜ਼ੀ ਇਹ ਥੋੜ੍ਹਾ ਕਹੇਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਸਹੀ ਨੇ, ਅਸੀਂ ਗਲਤ ਹਾਂ, ਅਸੀਂ ਫਿਰ ਵੀ ਫੈਸਲਾ ਦੇ ਰਹੇ। ਇਸ ਤਰ੍ਹਾਂ ਥੋੜ੍ਹੀ ਕਹੇਗਾ। ਉਹ ਕਹੇਗਾ ਵੀ ਇਹ ਧਰਮ ਤੇ ਦੀਨ ਤੋਂ ਉਲਟ ਚੱਲ ਰਹੇ ਨੇ ਤੇ ਸਾਡੀ ਗੱਲ ਮੰਨਣ ਲਈ ਇਹ ਰਾਜ਼ੀ ਨਹੀਂ। ਇਸ ਕਰਕੇ ਅਸੀਂ ਮਜਬੂਰੀ ਵਸ ਹੁਣ ਫਤਵਾ ਸ਼ਰੀਅਤ ਮੁਤਾਬਕ ਫੈਸਲਾ ਦਿੰਦੇ ਹਾਂ ਵੀ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਏ। ਹੁਣ ਕੀ ਫਰਕ ਹੈ? ਕਾਜ਼ੀ ਦੇ ਹੱਥ ਵਿੱਚ ਸ਼ਰਅ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕੋਈ ਸ਼ਰਅ ਨਹੀਂ ਹੈ। ਕਾਜ਼ੀ ਜੋ ਕਹਿੰਦਾ ਹੈ ਉਹ ਸੋਚਦਾ ਵੀ ਆਹ ਜੋ ਲਿਖਿਆ ਹੈ, ਜੋ ਇਹਦੇ ਵਿੱਚ ਜਿਹੜੇ ਇਹਦੇ ਅੱਖਰ ਪਾਏ ਗਏ ਨੇ, ਜਾਂ ਜੋ ਮੈਂ ਕਹਿ ਰਿਹਾ ਇੱਕ ਧਾਰਮਿਕ ਪਦਵੀ 'ਤੇ ਬਹਿ ਕੇ, ਉਹੀ ਧਰਮ ਹੈ, ਉਹੀ ਸੱਚ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਾਜ਼ੀ ਸਾਹਿਬ ਲਿਖੇ ਵਿੱਚ ਤੇ ਜੀਵੇ 'ਚ ਕਈ ਵਾਰ ਬੜਾ ਵੱਡਾ ਫਰਕ ਪੈ ਜਾਂਦਾ। ਤੁਸੀਂ ਇਹਨਾਂ ਅੱਖਰਾਂ ਦੀ ਗਹਿਰਾਈ 'ਚ ਉਤਰ ਕੇ ਵੇਖਿਆ ਹੀ ਨਹੀਂ। ਤੁਸੀਂ ਜੋ ਕਹਿੰਦੇ ਹੋ ਸੁਣੀ ਤੇ ਪੜ੍ਹੀ ਗੱਲ ਹੈ, ਮੈਂ ਜੋ ਕਹਿੰਦਾ ਉਹ ਜੀਵੀ ਹੋਈ ਗੱਲ ਹੈ। ਮੇਰੇ ਤਜਰਬੇ 'ਚ ਤੇ ਤੁਹਾਡੀ ਸੁਣੀ ਸੁਣਾਈ 'ਚ ਬਹੁਤ ਵੱਡਾ ਅੰਤਰ ਪੈ ਗਿਆ। ਮੈਂ ਤੁਹਾਡੀ ਜਗ੍ਹਾ ਨਹੀਂ ਖਲੋ ਸਕਦਾ। ਹਾਂ, ਤੁਸੀਂ ਮਿਹਨਤ ਕਰੋ ਤੇ ਮੇਰੀ ਜਗ੍ਹਾ ਆ ਕੇ ਖਲੋ ਸਕਦੇ ਹੋ। ਤੁਹਾਡੇ ਲਈ ਇਹ ਚੋਇਸ ਹੈ, ਇਹ ਰਸਤਾ ਹੈ। ਕਬੀਰ ਸਾਹਿਬ ਨੇ ਤਾਂ ਹੀ ਕਿਹਾ ਨਾ, ਮਨ ਮਾਨੇ ਲੋਕ ਨਾ ਭਤੀਜੈ। ਲੋਕਾਂ ਨੂੰ ਯਕੀਨ ਨਹੀਂ ਹੁੰਦਾ, ਲੋਕ ਭਤੀਜਦੇ ਨਹੀਂ। ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਨਾ ਭਤੀਜਾ ਤੋ ਕਿਆ ਕੀਜੈ। ਫਿਰ ਕੀ ਕੀਤਾ ਜਾ ਸਕਦਾ? ਹੁਣ ਅਗਿਆਨੀ ਤੇ ਨਹੀਂ ਨਾ ਬਣਿਆ ਜਾ ਸਕਦਾ। ਹੁਣ ਮੈਂ ਤਾਂ ਉਸ ਸਿਚੁਏਸ਼ਨ 'ਚ ਪਹੁੰਚਣੋਂ ਰਿਹਾ। ਮੈਂ ਹੁਣ ਜਿਹੜੀ ਚੀਜ਼ ਜੀਵਨ 'ਚ ਇੰਪਲੀਮੈਂਟ ਕਰ ਲਈ, ਮੈਂ ਤਾਂ ਉਹਨੂੰ ਖਤਮ ਕਰਨੋਂ ਰਿਹਾ। ਸਾਹਿਬ ਸਤਿਗੁਰੂ ਮਹਾਰਾਜ ਇਸੇ ਮਨੋ ਅਵਸਥਾ ਦਾ ਜ਼ਿਕਰ ਕਰ ਰਹੇ ਨੇ। ਹਜ਼ੂਰ ਕਹਿੰਦੇ ਕੋਊ ਮਾਈ ਭੁੱਲਿਓ ਮਨ ਸਮਝਾਵੈ। ਮਨ ਦੀ ਇਸ ਅਗਿਆਨਤਾ ਦੀ ਸਿਚੁਏਸ਼ਨ 'ਚੋਂ, ਕੁਰਾਏ ਪਏ ਹੋਏ ਮਨੋ ਅਵਸਥਾ 'ਚੋਂ ਕੋਈ ਮੈਨੂੰ ਬਾਹਰ ਕੱਢੇ। ਪਰ ਹਾਲ ਦੀ ਘੜੀ ਤਾਂ ਹਾਲਤ ਇਹ ਬਣੀ ਪਈ ਹੈ, ਕਹਿੰਦੇ ਧਰਮ ਗ੍ਰੰਥ ਪੜ੍ਹੇ ਵੀ ਤੇ ਸੁਣੇ ਵੀ, ਨੇਕ ਲੋਕਾਂ ਦੀ ਸੋਬਤ ਵਿੱਚ ਵੀ ਬੈਠਿਆਂ, ਪਰ ਉਹਨਾਂ ਤੋਂ ਗ੍ਰਹਿਣ ਕੁਝ ਨਹੀਂ ਕੀਤਾ। ਫਿਜ਼ੀਕਲੀ ਸਭ ਕੁਝ ਕੀਤਾ। ਫਿਜ਼ੀਕਲੀ ਸਰੀਰਕ ਰੂਪ ਵਿੱਚ ਬੰਦਾ ਬੜੇ ਕਰਮ ਕਰਦਾ ਹੈ। ਤਾਂ ਕਹੇ ਮਹਾਰਾਜ ਨੇ ਵੇਦ ਪਾਠ ਸੰਸਾਰ ਕੀ ਕਾਰ, ਪੜ੍ਹ ਪੜ੍ਹ ਪੰਡਤ ਹੋਏ, ਖੁਆਰ ਬਿਨ ਬੂਝੇ ਸਭ। ਸਤਿਗੁਰੂ ਜੀ ਆਖਦੇ ਨੇ ਫਿਜ਼ੀਕਲੀ ਜ਼ਬਾਨ ਨਾਲ ਪੜ੍ਹਿਆ, ਕੰਨ ਨਾਲ ਸੁਣਿਆ, ਪਰ ਸੁਰਤ ਕਿੱਥੇ ਹੈ? ਸਰੀਰਕ ਰੂਪ ਵਿੱਚ ਕਰਮ ਕੀਤੇ ਨੇ। ਨੇਕ ਬੰਦਿਆਂ ਦੇ ਕੋਲ ਵੀ ਸਰੀਰਕ ਰੂਪ ਵਿੱਚ ਬੈਠਿਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਉਹਨਾਂ ਨੂੰ ਕੈਦ ਕੀਤਾ ਗਿਆ, ਕਾਜ਼ੀ ਵੀ ਤਾਂ ਮਹਾਰਾਜ ਨੂੰ ਵੇਖਣ ਆਉਂਦਾ ਹੀ ਰਿਹਾ ਨਾ ਰੋਜ਼। ਦਰੋਗਾ ਵੀ ਵੇਖ ਰਿਹਾ ਸੀ। ਸਾਰੇ ਜਿੰਨੇ ਵੀ ਉਹਨਾਂ ਦੇ ਇਰਦ ਗਿਰਦ ਰਾਜ ਸੀ, ਧਾਰਮਿਕ ਬੰਦੇ, ਸਾਰੇ ਮਹਾਰਾਜ ਦੇ ਦਰਸ਼ਨ ਵੀ ਕਰਨ ਆਉਂਦੇ ਸਨ, ਵੇਖਣ ਵੀ ਆਉਂਦੇ ਸਨ, ਗੱਲਬਾਤ ਵੀ ਕਰਦੇ ਸਨ। ਫਿਜ਼ੀਕਲੀ ਨੇੜੇ ਰਹਿਣ ਨਾਲ ਉਹਨਾਂ ਦੇ ਜੀਵਨ ਨਹੀਂ ਬਦਲ ਸਕੇ, ਕਿਉਂਕਿ ਉਹ ਗੁਰੂ ਨੂੰ ਜਿਸ ਦ੍ਰਿਸ਼ਟੀਕੋਣ ਤੋਂ ਵੇਖ ਰਹੇ ਨੇ, ਉਹ ਆਪਣੀ ਜਗ੍ਹਾ ਖੜ ਕੇ ਉਹ ਆਪਣੀ ਜਗ੍ਹਾ ਛੱਡਣ ਨੂੰ ਤਿਆਰ ਨਹੀਂ। ਗੁਰੂ ਦੇ ਨੇੜੇ ਕੌਣ ਹੋਏਗਾ ਜਿਹਨੇ ਆਪਣਾ ਆਪ ਛੱਡਣਾ ਤੇ ਗੁਰੂ ਵੱਲ ਨੂੰ ਤੁਰ ਪੈਣਾ? ਉਹ ਤਾਂ ਗੁਰੂ ਨੂੰ ਆਪਣੇ ਵੱਲ ਖਿੱਚਣ ਲੱਗੇ ਹੋਏ ਨੇ, ਗੁਰੂ ਸਾਡੇ ਵਰਗਾ ਹੋ ਜਾਏ, ਸਾਨੂੰ ਇਹਦੇ ਵਰਗਾ ਨਾ ਬਣਨਾ ਪੈ ਜਾਏ। ਤੇ ਖਿਮਾ ਕਰਿਓ, ਸਾਡੀ ਵੀ ਮਨੋਦਸ਼ਾ ਜ਼ਿੰਦਗੀ 'ਚ ਇਹੋ ਜਿਹੀ ਹੁੰਦੀ ਹੈ। ਅਸੀਂ ਵੀ ਸਾਰੀ ਜ਼ਿੰਦਗੀ ਗੁਰੂ ਨੂੰ ਸੁਣਾਉਂਦੇ ਹੀ ਹਾਂ, ਮਹਾਰਾਜ ਤੁਸੀਂ ਆਹ ਵੀ ਕਰਿਓ ਤੇ ਆਹ ਵੀ ਕਰਿਓ। ਅਸੀਂ ਕਦੇ ਨਹੀਂ ਕਹਿੰਦੇ ਮਹਾਰਾਜ ਅਸੀਂ ਵੀ ਕਦੇ ਤੁਹਾਡੇ ਕਹੇ ਮੁਤਾਬਕ ਕੁਝ ਕਰ ਲਈਏ, ਇੰਨੀ ਮੱਤ ਸਾਨੂੰ ਵੀ ਦੇ ਦਿਓ। ਮੈਂ ਵੀ ਕੋਸ਼ਿਸ਼ ਕਰ ਰਿਹਾ ਵੀ ਤੁਹਾਡੇ ਮੁਤਾਬਕ ਮੈਂ ਕੁਝ ਕਰਾਂ। ਤੁਸੀਂ ਵੇਖੋ ਧਾਰਮਿਕ ਜਗਤ ਵਿੱਚ ਨਾ ਸਾਰੇ ਪਾਸੇ ਸਾਡੇ ਲਈ ਗੁਰੂ ਜਿਹੜਾ ਹੈ, ਗੁਰੂ ਉਹ ਸਾਡੀਆਂ ਖਾਹਿਸ਼ਾਂ ਪੂਰੀਆਂ ਕਰਨ ਦਾ ਕੇਂਦਰ ਹੀ ਹੈ। ਵੀ ਜੋ ਮੈਂ ਸੋਚਦਾ ਉਹ ਮੇਰਾ ਗੁਰੂ ਕਰ ਦੇਵੇ, ਚੰਗਾ ਜਾਂ ਮਾੜਾ ਮੈਂ ਨਹੀਂ ਸਮਝਦਾ। ਕਦੀ ਜ਼ਿੰਦਗੀ 'ਚ ਖਿਆਲ ਨਹੀਂ ਆਉਂਦਾ ਸਾਨੂੰ ਵੀ ਗੁਰੂ ਕੀ ਕਹਿੰਦਾ ਮੈਂ ਵੀ ਕਦੇ ਸੁਣ ਕੇ ਵੇਖਾਂ, ਗੁਰੂ ਨੇ ਜੋ ਆਖਿਆ ਕਦੇ ਮੈਂ ਵੀ ਕਰਕੇ ਵੇਖਾਂ।
ਸਾਰੀ ਜ਼ਿੰਦਗੀ ਐਵੇਂ ਹੀ ਲੰਘਦੀ ਹੈ ਨਾ ਵੀ ਗੁਰੂ ਨੂੰ ਹੀ ਦੱਸਿਆ ਜਾਂਦਾ ਹੈ ਵੀ ਗੁਰੂ ਆਹ ਕਰੇ, ਗੁਰੂ ਆਹ ਕਰੇ, ਗੁਰੂ ਆਹ ਕਰੇ, ਗੁਰੂ ਦੇ ਆਹ ਕਰਨ ਵਾਲਾ, ਗੁਰੂ ਦੇ ਆਹ, ਉਹੀ ਗੱਲਾਂ। ਗੁਰੂ ਨੂੰ ਅਸੀਂ ਸਧਾਰਨ ਕੰਮਾਂ ਨੂੰ ਨਿਬੇੜਨ ਵਾਲੇ ਤੋਂ ਵੱਧ ਕੁਝ ਨਹੀਂ ਸਮਝਦੇ। ਪਰ ਸਤਿਗੁਰੂ ਲਈ ਸਾਡੇ ਕੋਲ ਵਕਤ, ਅਸੀਂ ਗੁਰੂ ਵਾਲੇ ਪਾਸੇ ਕਦਮ ਨਹੀਂ ਪੁੱਟਦੇ ਹਾਂ, ਗੁਰੂ ਨੂੰ ਆਪਣੇ ਵਾਲੇ ਪਾਸੇ ਤੋਰਨ ਦੀ ਖਾਹਿਸ਼ ਰੱਖਦੇ ਹਾਂ। ਕਿਤੇ ਨਾ ਕਿਤੇ ਸਾਡੇ ਅੰਦਰ ਵੀ ਉਹ ਚੀਜ਼ ਭਰੀ ਪਈ ਹੈ ਕਿ ਗੁਰੂ ਸਾਡੀ ਮੰਨ ਲਏ, ਸਾਨੂੰ ਗੁਰੂ ਦੀ ਨਾ ਮੰਨਣੀ ਪਏ। ਜਦੋਂ ਸਾਡੇ ਮੰਨਣ ਦੀ ਗੱਲ ਆਏਗੀ ਉੱਥੇ ਅਸੀਂ ਆਪਣੇ ਤਰਕ ਘੜਾਂਗੇ, ਆਪਣੀਆਂ ਦਲੀਲਾਂ ਘੜਾਂਗੇ। ਉੱਥੇ ਅਸੀਂ ਧਰਮ ਦੀਆਂ ਉਹ ਬਾਹਰੀ ਚੀਜ਼ਾਂ ਜਿਹੜੀਆਂ ਨੁਕਸਾਨਦੇਹ ਅਸੀਂ ਬਣਾ ਲਈਆਂ ਹੁੰਦੀਆਂ ਨੇ, ਕੁਝ ਵਿਸ਼ਵਾਸ, ਕੁਝ ਗੱਲਾਂ, ਅਸੀਂ ਉਹਨਾਂ 'ਤੇ ਤਰਕ ਉਤਰ ਕਰਕੇ ਚੱਲਦੇ ਬਣਾਂਗੇ। ਸਤਿਗੁਰੂ ਜੀ ਇਹੀ ਮਨੋਅਵਸਥਾ ਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਨਿਮਖ ਨਾ ਹਰ ਗੁਣ ਗਾਵੇ। ਹਜ਼ੂਰ ਅੱਗੇ ਬਚਨ ਕਹਿੰਦੇ ਨੇ, ਮਾਨਸ ਦੇ ਦੁਰਲਭ ਦੇ ਪਾਏ ਮਾਨਸ ਕੀ, ਕੀਮਤੀ ਦੁਰਲਭ ਨਾ ਲੱਭਣ ਵਾਲੀ। ਜਿਸ ਨੂੰ ਕਿਸੇ ਹੋਰ ਸਾਧਨ ਨਾਲ, ਕਿਸੇ ਹੋਰ ਦੌਲਤ ਨਾਲ ਲੱਭਿਆ ਨਹੀਂ ਜਾ ਸਕਦਾ। ਯਾਨੀ ਕਿ ਕੀਮਤੀ ਮਨੁੱਖਾ ਜੀਵਨ ਹੈ ਜਿਹੜਾ, ਇਹ ਮਨੁੱਖਾ ਜ਼ਿੰਦਗੀ ਹੈ ਜਿਹੜੀ, ਇਹ ਜਿਹੜਾ ਵਕਤ ਹੈ ਸਾਨੂੰ ਲਾਈਫ ਦਾ ਮਿਲਿਆ ਹੋਇਆ, ਕਿੰਨਾ ਕੀਮਤੀ ਹੈ ਦੱਸੋ, ਕਿੰਨਾ ਦੁਰਲਭ ਹੈ। ਸਤਿਗੁਰੂ ਕਹਿੰਦੇ ਕੀ ਅਸੀਂ ਆਪਣੇ ਬੀਤੇ ਸਮੇਂ ਨੂੰ ਮੋੜ ਕੇ ਵਾਪਸ ਲਿਆ ਸਕਦੇ? ਅਸੀਂ ਆਪਣੇ ਇਹੋ ਜਿਹੀ ਸਰੀਰ, ਜਿਹੜੀ ਹਯਾਤੀ ਆਪਾਂ ਇਸ ਵੇਲੇ ਮਾਣ ਰਹੇ ਹਾਂ, ਜਿਹੜੀ ਲਾਈਫ, ਇਹਦੀ ਕੋਈ ਕੀਮਤ ਅਦਾ ਕੀਤੀ ਜਾ ਸਕਦੀ ਹੈ ਦੁਨੀਆ 'ਚ? ਬੰਦਾ ਜਦੋਂ ਫਿਜ਼ੀਕਲੀ ਰੋਗ ਤੋਂ ਪੀੜਤ ਹੁੰਦਾ ਹੈ, ਉਹਨੂੰ ਲੱਗਦਾ ਵੀ ਹੁਣ ਮੈਂ ਬਚਣਾ ਨਹੀਂ। ਉਹ ਕਹਿੰਦਾ ਜੀ ਸਾਰੀ ਦੌਲਤ ਲੈ ਲਓ, ਮੇਰੀ ਜਾਨ ਬਚਾ ਦਿਓ ਕਿਸੇ ਤਰ੍ਹਾਂ। ਪਰ ਅਸੀਂ ਕਹਿ ਕਿਹਨੂੰ ਰਹੇ ਹੁੰਦੇ ਹਾਂ? ਕੌਣ ਬਚਾਵੇ? ਕਿਹਦੇ ਹੱਥ 'ਚ ਹੈ ਜਾਨ? ਕਿਹਦੇ ਹੱਥ 'ਚ ਹੈ ਜ਼ਿੰਦਗੀ? ਕਿਹਨੇ ਫੜੀ ਹੋਈ ਹੈ ਲਾਈਫ ਸਾਡੀ, ਜਿਹੜਾ ਸਾਨੂੰ ਮੋੜ ਦੇਵੇ ਪੈਸੇ ਲੈ ਕੇ? ਖਰੀਦਿਆ ਜਾ ਸਕਦਾ ਕੁਝ? ਕਦੇ ਨਹੀਂ। ਉਹ ਵੱਖਰੀ ਗੱਲ, ਅਸੀਂ ਇਹਨਾਂ ਚੀਜ਼ਾਂ ਦੀ ਵੈਲਿਊ ਨਹੀਂ ਸਮਝਦੇ ਜ਼ਿੰਦਗੀ ਵਿੱਚ। ਤੁਸੀਂ ਪਕਵਾਨ ਖਰੀਦ ਸਕਦੇ ਹੋ ਪੈਸਾ ਲੈ ਕੇ, ਬਾਜ਼ਾਰ 'ਚੋਂ ਖਾਣ ਵਾਲੀ ਕੋਈ ਵੀ ਮਹਿੰਗੀ ਚੀਜ਼ ਲੈ ਆਓ ਜੇ ਤੁਹਾਡੇ ਕੋਲ ਪੈਸੇ ਨੇ। ਜੇ ਤੁਹਾਨੂੰ ਭੁੱਖ ਨਹੀਂ ਲੱਗਦੀ, ਤੁਹਾਡੇ ਕੋਲ ਕੀ ਹੱਲ ਹੈ? ਤੁਸੀਂ ਬੜੇ ਸੋਹਣੀਆਂ ਸੇਜਾਂ, ਬੈੱਡ, ਸਭ ਕੁਝ ਖਰੀਦ ਸਕਦੇ ਹੋ, ਸੋਹਣਾ ਘਰ ਬਣਾ ਸਕਦੇ ਹੋ, ਮਕਾਨ। ਜੇ ਤੁਹਾਡੀ ਨੀਂਦ ਵਿੱਚ ਫਾਲਟ ਪੈ ਜਾਂਦਾ, ਤੁਹਾਡੇ ਕੋਲ ਕੀ ਹੱਲ ਹੈ? ਕੀ ਅਸੀਂ ਇਹ ਚੀਜ਼ਾਂ ਖਰੀਦ ਸਕਦੇ ਹਾਂ ਜ਼ਿੰਦਗੀ 'ਚ? ਪੈਸੇ ਦੇ ਕੇ ਅਸੀਂ 4 ਬੰਦਿਆਂ ਨੂੰ, ਲੋੜਵੰਦਾਂ ਨੂੰ ਆਪਣੇ ਘੇਰੇ ਇਕੱਠਿਆਂ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਇਹ ਵੀ ਕਹਿ ਸਕਦੇ ਹਾਂ ਵੀ ਜਦੋਂ ਤੁਸੀਂ ਬਸ ਮੇਰੀ ਸ਼ੋਭਾ ਅਤੇ ਉਸਤਤ ਕਰਨੀ ਹੈ। ਪਰ ਸੱਚੀ ਅਸਲ ਰਿਸਪੈਕਟ ਉਹਨਾਂ ਦੇ ਜੀਵਨ 'ਚ ਆਪਣੇ ਕਿਰਦਾਰ ਦੀ ਤੁਸੀਂ ਦੌਲਤ ਨਾਲ ਪੈਦਾ ਕਰ ਸਕਦੇ ਹੋ? ਨਹੀਂ ਕਰ ਸਕਦੇ। ਬਹੁਤ ਕੁਝ ਹੈ ਜੀਵਨ ਦਾ ਜੋ ਦੌਲਤ ਨਾਲ, ਜ਼ੋਰ ਨਾਲ, ਜ਼ਬਰ ਨਾਲ, ਚਤੁਰਾਈ ਨਾਲ, ਸਾਜ਼ਿਸ਼ ਨਾਲ, ਪ੍ਰਾਪੋਗੰਡੇ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ। ਪਦਾਰਥਕ ਖੇਡ ਖੇਡੀ ਜਾ ਸਕਦੀ ਹੈ, ਔਰ ਗੱਲ ਜਦੋਂ ਲਾਈਫ ਦੀ ਹੋਵੇ, ਜਦੋਂ ਜ਼ਿੰਦਗੀ ਦੀ ਹੋਵੇ ਅਤੇ ਇਸ ਸਰੀਰ ਦੀ ਹੋਵੇ, ਸਤਿਗੁਰੂ ਕਹਿੰਦੇ ਇਹਨੂੰ ਤਾਂ ਸਭ ਤੋਂ ਵੱਧ ਮਹੱਤਤਾ ਦੇਣੀ ਚਾਹੀਦੀ ਹੈ। ਇਹਨੂੰ ਕਿਸੇ ਵੀ ਚੀਜ਼ ਨਾਲ ਨਾ ਤੋਲਿਆ ਜਾ ਸਕਦਾ, ਨਾ ਕੰਪੇਅਰ ਕੀਤਾ ਜਾ ਸਕਦਾ, ਨਾ ਇਸ ਨੂੰ ਕਿਸੇ ਚੀਜ਼ ਨਾਲ ਖਰੀਦਿਆ ਜਾ ਸਕਦਾ। ਇਹ ਦੁਰਲਭ ਹੈ। ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ। ਪਰ ਹਜ਼ੂਰ ਕਹਿੰਦੇ ਵੇਖੋ, ਇਹ ਆਪਣਾ ਇਹ ਲਾਈਫ ਟਾਈਮ ਜ਼ਿੰਦਗੀ ਦਾ ਸਮਾਂ ਬਿਰਥਾ, ਵਿਅਰਥ ਗਵਾ ਰਿਹਾ। ਕਾਹਦੇ 'ਚ? ਈਰਖਾ 'ਚ ਤਪ ਕੇ, ਕ੍ਰੋਧ ਵਿੱਚ ਸੜ ਕੇ, ਹੰਕਾਰ ਵਿੱਚ ਉਲਝ ਕੇ, ਸਵਾਰਥ ਵਿੱਚ ਪੈ ਕੇ, ਬੇਲੋੜੇ ਝਗੜਿਆਂ ਅਤੇ ਸਾਜ਼ਿਸ਼ਾਂ ਵਿੱਚ ਫਸ ਗਏ। ਇਹ ਖੇਡਾਂ ਹੀ ਇਹੀ ਖੇਡਦਾ 24 ਘੰਟੇ। ਤੁਸੀਂ ਵੇਖੋ ਨਾ, ਇਹਦੀ ਜ਼ਿੰਦਗੀ ਜਿਹੜੀ ਉਹ ਕਿਸ ਪੱਧਰ ਦੇ ਉੱਤੇ ਚੱਲ ਰਹੀ ਹੈ, ਕਿਸ ਲੈਵਲ 'ਤੇ ਖੇਡ ਰਿਹਾ। ਸਾਹਿਬ ਸਤਿਗੁਰੂ ਜੀ ਅੱਗੇ ਆਖਦੇ ਨੇ, ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਉ ਰੁਚ ਉਪਜਾਵੇ। ਮਾਇਆ ਮੋਹ ਦਾ ਭਾਵ ਇੱਥੇ ਇਹ ਨਹੀਂ ਹੈ ਵੀ ਤੁਸੀਂ ਕਿਸੇ ਚੀਜ਼ ਨਾਲ ਲਗਾਵ ਨਾ ਕਰੋ। ਜਦੋਂ ਇੱਕ ਚੀਜ਼ ਨਾਲ ਲਗਾਵ ਹੈ ਤਾਂ ਦੂਜੀ ਨਾਲ ਨਫ਼ਰਤ ਹੈ। ਜਦੋਂ ਇੱਕ ਚੀਜ਼ ਲਈ ਦੂਜੀ ਦਾ ਨੁਕਸਾਨ ਕੀਤਾ ਜਾਂਦਾ ਹੈ, ਉਹ ਕੀ ਹੈ? ਉਦਾਹਰਣ ਦਿੰਦਾ ਹਾਂ।
ਮੈਂ ਚਾਹੁੰਦਾ ਵੀ ਮੇਰਾ ਘਰ ਵਧੀਆ ਹੋਵੇ ਅਤੇ ਮੈਂ ਉਹਦੇ ਲਈ ਮਿਹਨਤ ਕਰ ਰਿਹਾ, ਕੋਈ ਪਾਪ ਨਹੀਂ। ਪਰ ਜਦੋਂ ਮੈਨੂੰ ਲੱਗਦਾ ਵੀ ਛੇਤੀ ਵਧੀਆ ਹੋਵੇ ਅਤੇ ਛੇਤੀ ਦਾ ਸ਼ਾਰਟਕਟ ਇਹ ਹੈ ਵੀ ਕੋਈ ਫਰਾਡ ਕਰੋ ਕਿਸੇ ਨਾਲ, ਕਿਸੇ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਲਓ ਤਾਂ ਕਿ ਤੁਹਾਡਾ ਘਰ ਬਣ ਜਾਏ, ਦੂਜੇ ਦੀ ਫਿਕਰ ਨਾ ਤੁਸੀਂ ਕਰੋ। ਇਹ ਮੋਹ ਹੈ, ਕੁਰਾਏ ਪਾਉਣ ਵਾਲੀ ਅਟੈਚਮੈਂਟ। ਉਹ ਸਬੰਧ ਜਿਹੜਾ ਤੁਹਾਨੂੰ ਕੁਰਾਏ ਪਾ ਦਿੰਦਾ, ਉਹ ਸਬੰਧ, ਉਹ ਸਾਂਝ, ਉਹ ਰਿਲੇਸ਼ਨ ਜਿਹੜਾ ਤੁਹਾਨੂੰ ਗਲਤ ਟਰੈਕ ਦੇ ਉੱਤੇ ਤੁਹਾਡੀ ਜ਼ਿੰਦਗੀ ਨੂੰ ਚਾੜ ਦਿੰਦਾ, ਉਸੇ ਨੂੰ ਸਤਿਗੁਰੂ ਨੇ ਆਖਿਆ ਵੀ ਇਹਦੇ ਤੋਂ ਬਚਣ ਦੀ ਲੋੜ ਹੈ ਤੈਨੂੰ, ਇਸ ਤੋਂ ਤੈਨੂੰ ਮੁਕਤ ਹੋਣ ਦੀ ਲੋੜ ਹੈ। ਇਹ ਤੈਨੂੰ ਇਨਸਾਨ ਨਹੀਂ ਰਹਿਣ ਦੇਵੇਗੀ। ਭਰਾ ਭਰਾ ਨਾਲ ਧੋਖਾ ਕਰਦਾ, ਸਾਰੀ ਉਮਰ ਜਿਹੜਾ ਬਾਪ ਕਮਾਉਂਦਾ ਇਹ ਵੀ ਵੇਟ ਨਹੀਂ ਕਰਦਾ ਵੀ ਹੁਣ ਬਜ਼ੁਰਗ ਹੋ ਗਿਆ, ਇਹਨੇ ਕਿੱਥੇ ਲੈ ਕੇ ਜਾਣਾ। ਉਹਨੂੰ ਇੰਨਾ ਕੁ ਜਲੀਲ ਕਰਦਾ ਵੀ 2 ਸਾਲ ਪਹਿਲਾਂ ਹੀ ਮਰ ਜਾਏ ਤਾਂ ਕਿ ਕੰਟਰੋਲ ਮੇਰੇ ਕੋਲ ਛੇਤੀ ਆ ਜਾਏ। ਇੰਨੀ ਮਨੁੱਖ ਦੇ ਅੰਦਰ ਸ਼ੈਤਾਨੀਅਤ ਭਰੀ ਹੋਈ ਹੈ, ਇੰਨਾ ਕੁਝ ਭਰਿਆ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਇਹ ਇੱਕ ਐਸੇ ਜੰਗਲ ਵਿੱਚ ਭਟਕ ਰਿਹਾ ਹੈ ਜਿਵੇਂ ਕਿਸੇ ਜੰਗਲ ਵਿੱਚ ਕੋਈ ਬੰਦਾ ਰਾਹ ਭੁੱਲ ਜਾਏ ਅਤੇ ਉੱਥੇ ਖੂੰਖਾਰ ਜੰਗਲੀ ਜਾਨਵਰਾਂ ਦਾ ਵਸੇਬਾ ਹੋਵੇ ਅਤੇ ਉਹਨੂੰ ਤੁਸੀਂ ਸੇਫ ਨਹੀਂ ਕਹਿ ਸਕਦੇ, ਉਹ ਖਤਰੇ 'ਚ ਹੈ ਬੰਦਾ। ਸਤਿਗੁਰੂ ਆਖਦੇ ਇਸੇ ਤਰ੍ਹਾਂ ਇਹ ਵਿਸ਼ੇ ਵਿਕਾਰਾਂ ਦੇ ਜੰਗਲ ਵਿੱਚ ਮੁਸੀਬਤ ਦਾ ਫਸਿਆ ਹੋਇਆ, ਇਹ ਨਹੀਂ ਜਾਣਦਾ ਇਹਦੇ ਜੀਵਨ ਨੂੰ ਇੱਥੇ ਖਤਰੇ ਹੀ ਖਤਰੇ ਨੇ। ਪਤਾ ਨਹੀਂ ਕਿਹੜੇ ਵੇਲੇ ਕਿਹੋ ਜਿਹਾ ਬਣ ਜਾਏ, ਕ੍ਰੋਧ ਆਏ ਤੇ ਨੁਕਸਾਨ ਕਰ ਲਵੇ, ਲੋਭ ਆਏ ਤੇ ਨੁਕਸਾਨ ਕਰ ਲਵੇ, ਈਰਖਾ ਵਸ ਕੋਈ ਕਦਮ ਗਲਤ ਉਠਾ ਲਵੇ, ਕੋਈ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਆਖਦੇ ਨੇ, ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਓ ਨੇਹ ਨ ਲਾਵੈ। ਉਹ ਪਰਮੇਸ਼ਰ ਇਹਦੇ ਆਪਣੇ ਵਜੂਦ ਵਿੱਚ ਵੀ ਹੈ ਅਤੇ ਬਾਹਰ ਵੀ ਹੈ, ਹਰ ਜਗ੍ਹਾ 'ਤੇ ਹੈ, ਪਰ ਇਸ ਨੂੰ ਉਹਦਾ ਅਹਿਸਾਸ ਨਹੀਂ। ਨੇਹ ਦਾ ਮਤਲਬ ਹੈ ਸਾਂਝ, ਮੁਹੱਬਤ। ਹਜ਼ੂਰ ਆਖਦੇ ਨੇ, ਨਾਨਕ ਮੁਕਤ ਤਾਂ ਹੀ ਤੁਮ ਮਾਨੋ, ਉਸੇ ਨੂੰ ਮੁਕਤ ਜਾਣੋ। ਇੱਥੇ ਮੁਕਤੀ ਦਾ ਅਰਥ ਵੀ ਉੱਪਰਲੀਆਂ ਪੰਕਤੀਆਂ ਦੇ ਨਾਲ ਰਿਲੇਟਡ ਅਰਥ ਹੋਏਗਾ, ਵੱਖਰਾ ਨਹੀਂ ਹੋਏਗਾ। ਇਹ ਤੇ ਉਹ ਪੰਡਤਾਊ ਪੁਣੇ ਵਾਲੀ ਮੁਕਤੀ ਨਹੀਂ ਵੀ ਤੁਸੀਂ ਗਿਆ ਜਾ ਕੇ ਮੰਤਰ ਪੜ੍ਹਾਏ ਤੇ ਮੁਕਤ ਹੋ ਗਏ। ਭਾਵੇਂ ਸਾਰੀ ਜ਼ਿੰਦਗੀ ਦੁਨੀਆ ਦਾ ਹੀ ਲੁੱਟਿਆ ਹੋਵੇ, ਮਗਰੋਂ ਜੇ ਤੁਸੀਂ 4 ਪੈਸੇ ਦੇ ਕੇ ਕਿਰਿਆ ਕਰਾ ਲਈ, ਤੁਸੀਂ ਕਹੋ ਵੀ ਹੁਣ ਇਹਨੂੰ ਟਿਕਟ ਦਿਵਾ ਦਿੱਤੀ ਹੈ ਅਸੀਂ ਤੇ ਹੁਣ ਗੱਲ ਬਣ ਗਈ, ਇਹ ਨਹੀਂ ਹੈ। ਐਸੀ ਮਰਨ ਮੁਕਤੀ ਦਾ ਕੋਈ ਕਨਸੈਪਟ ਗੁਰਮਤਿ ਵਿੱਚ ਨਹੀਂ। ਫਿਰ ਤਾਂ ਕਰਮ ਖਰੀਦੇ ਗਏ ਸਮਝੋ। ਜੇ ਸੱਚਮੁੱਚ ਹੀ ਪੈਸਿਆਂ ਦੇ ਨਾਲ ਮੰਤਰ ਪੜ੍ਹਾ ਕੇ ਬੰਦਾ ਮੁਕਤ ਹੋ ਜਾਂਦਾ, ਇਹਦਾ ਤਾਂ ਮਤਲਬ ਹੈ ਕਰਮ ਖਰੀਦੇ ਜਾ ਸਕਦੇ ਨੇ। ਫਿਰ ਤਾਂ ਹਰ ਅਮੀਰ ਆਦਮੀ ਮੁਕਤ ਹੈ ਅਤੇ ਗਰੀਬ ਜਲੀਲ ਹੀ ਹੁੰਦਾ ਫਿਰੇਗਾ। ਇਵੇਂ ਨਹੀਂ ਚੱਲੇਗਾ। ਤੁਸੀਂ ਕਰਮ ਨੂੰ ਦੌਲਤ ਨਾਲ ਨਹੀਂ ਤੋਲ ਸਕਦੇ, ਕਰਮ ਕਾਂਡ ਨਾਲ ਨਹੀਂ ਤੋਲ ਸਕਦੇ। ਸਾਹਿਬ ਸਤਿਗੁਰੂ ਇੱਥੇ ਮੁਕਤ ਦਾ ਭਾਵ ਕੀ ਕਹਿੰਦੇ ਨੇ? ਜਿਹੜਾ ਮੋਹ ਵਿੱਚ ਫਸਿਆ ਹੈ, ਵਿਕਾਰ ਵਿੱਚ ਫਸਿਆ, ਜਿਹੜੀ ਉੱਤੇ ਪੰਕਤੀ ਹੈ, ਮਾਇਆ ਮੋਹ ਮਹਾ ਸੰਕਟ ਬਨ, ਜਿਹੜਾ ਇਹਦੇ ਵਿੱਚ ਉਲਝਿਆ ਹੋਇਆ, ਇਹਦੇ ਤੋਂ ਮੁਕਤ ਹੋ ਜਾਂਦਾ। ਨਾਨਕ ਮੁਕਤ ਤਾਹੇ ਤੁਮ ਮਾਨੋ। ਕੌਣ ਮੁਕਤ ਹੈ? ਜੇ ਘਟ ਰਾਮ ਸਮਾਵੈ। ਸਰਵ ਵਿਆਪਕ ਰਮਿਆ ਹੋਇਆ ਪਰਮੇਸ਼ਰ, ਜਿਸ ਦੇ ਹਿਰਦੇ ਵਿੱਚ ਉਹਦੀ ਯਾਦ ਹੈ, ਉਹਦੇ ਗੁਣ ਵਸੇ ਨੇ। ਸਤਿਗੁਰੂ ਆਖਦੇ ਉਹ ਵਿਸ਼ੇ ਵਿਕਾਰਾਂ ਦੇ ਭਵਰ ਵਿੱਚੋਂ ਮੁਕਤ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਕਿਰਪਾ ਬਖਸ਼ਿਸ਼ ਰਹਿਮਤ ਕਰਨ। ਸਤਿਗੁਰੂ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ। ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।